बिस्मिल्लाहिर्रहमानिर्रहीम। दोस्तों अस्सलाम वालेकुम। लंदन तो पंजाबी राकर साइंस चैनल की बराह रास्त नशिया ਤੁਹਾਨੂੰ ਸਾਰਿਆਂ ਨੂੰ ਸਤ ਬਿਸਮਿਲ੍ਲਾ ਜੀ ਆਇਆਂ ਨੂੰ ਵੈਲਕਮ ਕਰਨਾ ਆ। ਅੱਜ ਤੁਹਾਡੇ ਨਾਲ ਤੁਹਾਡੀ ਡੇਰੇਦਾਰੀ ਤੇ ਮੁਲਕ ਪਾਕਿਸਤਾਨ ਦੀ ਸਿਆਸਤ ਦੇ ਇੱਕ ਵੱਡੇ ਸਿਆਸੀ ਖਾਨਦਾਨ ਦੇ ਚਸ਼ਮੋ ਚਰਾਗ ਨਵਾਬਜ਼ਾਦਾ ਮੁਹੰਮਦ ਮਹਿਦੀ ਅਲੀ ਸਾਹਿਬ ਨੇ ਕੈਂਬਰਿਜ यूके ਤੋਂ ਤਸ਼ਰੀਫ ਲਿਆਂਦੀ ਹੈ। ਆਓ ਇਹਨਾਂ ਨਾਲ ਗੱਪਸ਼ਪ ਲਾਉਂਦੇ ਆ। अस्सलाम वालेकुम नवाबजादा साहब, बहुत शुक्रिया तुसी टाइम कढ़िया। वालेकुम अस्सलाम। और प्रोग्राम शुरू करन तो पहले तमाम तर तारीफें और सरबुलंदियां और इक़्तिदार, अरूज और तकब्बुर मेरे और आपके परवरदिगार का है। दुरूद व सलाम हूँ अल्लाह के प्यारा बंदा खास और आखिरी रसूल हज़रत मोहम्मद सल्लल्लाहु अलैहि वसल्लम पर, और दुरूद व सलाम हो हज़रत इब्राहीम और उनकी आल पर। सुभान अल्लाह, माशाअल्लाह। बेहतरीन नवाबजादा साहब, एक तो पंजाबियों की डेरेदारी है, ਤੁਹਾਨੂੰ ਅਮਰੀਕਾ, ਕੈਨੇਡਾ, यूके, यूरोप, ਅਰਬਾਂ ਮੁਲਕਾਂ 'ਚ ਪੰਜਾਬ ਦੇ ਸਾਰਿਆਂ ਜ਼ਿਲ੍ਹਿਆਂ 'ਚ ਤੇ ਪਰਾਂ ਨਿਊਜ਼ੀਲੈਂਡ, ਆਸਟ੍ਰੇਲੀਆ, ਈਵਨ ਇੰਡੀਆ ਦੇ ਵਿੱਚ ਜਿੱਥੇ ਜਿੱਥੇ ਮਾਂ ਬੋਲੀ ਪੰਜਾਬੀ ਨੂੰ ਪਿਆਰ ਕਰਨ ਵਾਲੇ ਬੈਠੇ ਨੇ, ਤੁਹਾਡੀਆਂ ਗੱਲਾਂ ਸੁਣਨ ਦੇ ਪੰਜਾਬੀ ਜ਼ੁਬਾਨ 'ਚ ਆਪਣਾ ਤਾਰਫ ਕਰਾਓ ਪਲੀਜ਼, ਆਪਣੇ ਬਾਰੇ ਦੱਸੋ ਬੁੱਝੋ। मेरा नाम जी नवाबजादा मोहम्मद मेहदी अली है और मैं नवाबजादा गजनफर अली गोल दा सब तो बड़ा साहिबजादा वां। ठीक है नवाब साहब। कर्नल लियाकत अली साहब ने इस्लामाबाद तो क्या सलाम डियर ब्रदर मेहंदी साहब, ये इसे तरह। और दोस्तों ਜਿਹੜੇ ਤੁਸੀਂ ਵੇਖ ਰਹੇ ਹੋਗੇ, ਤੁਸੀਂ ਕੁਐਸਚਨ ਵੀ ਕੋਈ ਪੁੱਛਣਾ ਹੈ ਨਵਾਬਜ਼ਾਦਾ ਸਾਹਿਬ ਨੂੰ ਤੇ ਤੁਸੀਂ ਸ਼ਾਰਟ ਜਿਹਾ ਰੱਖ ਕੇ ਸਵਾਲ ਕਮੈਂਟ ਕਰ ਸਕਦੇ ਹੋ ਤੇ ਤੁਹਾਨੂੰ ਤੁਹਾਡੇ ਕੋਸ਼ਿਸ਼ ਕਰਾਂਗਾ ਤੁਹਾਡੇ ਸਵਾਲ ਦਾ ਜਵਾਬ ਲੈਣ ਦੀ। ਮੈਂ ਇਰਫਾਨ ਸਾਹਿਬ ਅਮਰੀਕਾ ਤੋਂ ਕਹਿ ਰਹੇ ਇਸਲਾਮ ਬ੍ਰਦਰ और चौधरी मुदस्सर जमान गुज्जर साहब भी प्रोग्राम देख रहे हैं। नवाबजादा साहब थोड़ा जिहा तारफ होर ज्यादा कराओ। नवाबजादा गजनफर गुल साहब सबक MNA हल्का NA 68 ਦੇ ਔਰ ਸਾਬਕ ਮਸ਼ੀਰ ਵਜ਼ੀਰ ਆਜ਼ਮ ਪਾਕਿਸਤਾਨ, ਉਹਨਾਂ ਦੇ ਨਾਲ ਤੁਹਾਡਾ ਕੀ ਰਿਸ਼ਤਾ ਹੈ? ਨਵਾਬਜ਼ਾਦਾ ਖਾਨਦਾਨ ਦੇ ਨਾਲ ਤੁਹਾਡਾ ਕੀ ਰਿਸ਼ਤਾ ਹੈ? ਮੈਂ ਜੀ ਨਵਾਬਜ਼ਾਦਾ, ਅੱਲਾਹ ਤਾਲਾ ਨੇ ਸਭ ਤੋਂ ਪਹਿਲੇ ਤੇ ਮੈਨੂੰ ਨਵਾਬਜ਼ਾਦਾ ਫੈਮਿਲੀ 'ਚ ਪੈਦਾ ਕੀਤਾ ਔਰ ਨਵਾਬਜ਼ਾਦਾ ਗਜ਼ਨਫਰ ਅਲੀ ਗੁਲ ਦਾ ਮੈਂ ਵੱਡਾ ਬੇਟਾ ਵਾਂ ਔਰ ਆਪਣਾ ਇਹ ਮੇਰਾ ਬੇਸਿਕਲੀ ਜਿਹੜਾ ਰਿਲੇਸ਼ਨ ਹੈ ਨਵਾਬਜ਼ਾਦਾ ਫੈਮਿਲੀ ਤੋਂ ਸ਼ੁਰੂ ਹੁੰਦਾ ਹੈ। और नवाबजादा असगर अली साहब मेरे दादा ने और नवाब सर फजल अली दा मैं पोता हूं। बचपन किथे गुजारिया जे? इब्तदाई तालीम किथे हासिल की? बचपन जी मैं 6-7 साल दा सां ते मैं एचएसएन कॉलेज लाहौर विच बोर्डिंग स्कूल विच रहा ते हाई स्कूल पूरा बोर्डिंग 12-13 साल बोर्डिंग एचएसएन कॉलेज ही रहा। ਉਹਦੇ ਬਾਅਦ ਫਿਰ ਮੈਂ ਗਵਰਨਮੈਂਟ ਕਾਲਜ ਲਾਹੌਰ ਵਿੱਚ ਚਲਾ ਗਿਆ ਸਾਂ। ਮੇਰੀ ਸਾਰੀ ਜ਼ਿੰਦਗੀ ਬੋਰਡਿੰਗ ਸਕੂਲ ਵਿੱਚ ਹੀ ਗੁਜ਼ਰੀ ਹੈ, ਜਿਹਨੂੰ ਤੁਸੀਂ ਹੋਸਟਲ ਵੀ ਆਂਦੇ ਹੋ। ਠੀਕ ਹੈ। ਔਰ ਆਲਾ ਤਾਲੀਮ ਦੇ ਬਾਰੇ ਦੱਸੋ, ਤੁਸੀਂ ਆਪਣੀ ਤਾਲੀਮੀ ਸਫ਼ਰ ਦੀ ਦਾਸਤਾਨ ਸੁਣਾਓ। ਮੈਂ ਜੀ ਪਹਿਲੇ एचएसएन कॉलेज तो मैं कीता सी FA और ਉਹਦੇ ਬਾਅਦ मैं फिर कुछ देर मैं गवर्नमेंट कॉलेज लाहौर रहा सा। ਉਹਦੇ ਬਾਅਦ मैं फिर यूके आ गया सा और फिर मैं पाकिस्तान गया। फिर मैं उथों बैचलर्स कीता। ਉਹਦੇ ਬਾਅਦ फिर मैं यूनिवर्सिटी ऑफ लेस्टर तो पोस्ट ग्रेजुएट डिप्लोमा कीता इंटरनेशनल रिलेशन ਤੇ ਵਰਲਡ ਆਰਡਰ ਵਿੱਚ। ਤੇ ਇੰਨਾ ਕੁਝ ਕਰਨ ਤੋਂ ਬਾਅਦ ਤੁਸੀਂ ਕੀ ਜੌਬ ਜਾਂ ਕਾਰੋਬਾਰ ਕੀਤਾ ਆਪਣੀ ਪੜ੍ਹਾਈ ਦੇ ਮੁਤਲਕਾ? ਕੋਈ ਤੁਸੀਂ ਉਸੇ ਫੀਲਡ ਦੇ ਵਿੱਚ ਹੀ ਆਪਣਾ ਕੈਰੀਅਰ ਐਸਟੈਬਲਿਸ਼ ਕੀਤਾ ਜਾਂ ਕੀ ਕੀਤਾ? नहीं जी, मेरा अपना काम है ਜਿਹੜਾ ਮੈਂ ਇੱਥੇ ਕਰਨਾ ਉਹ ਕੰਸਟਰਕਸ਼ਨ ਦਾ ਹੈ, ਉਹਦੇ ਵਿੱਚ ਮੈਂ ਕੰਮ ਕਰਨਾ ਜੀ। ਲੇਕਿਨ ਮੇਰੀ ਟੋਟਲੀ ਉਸ ਤੋਂ ਟੋਟਲੀ ਡਿਫਰੈਂਟ ਫੀਲਡ ਹੈ। ठीक है। यूके ਦੀ ਲਾਈਫ कैसी लाइफ? यूके ਦੀ ਲਾਈਫ अच्छी लाइफ है, पीसफुल लाइफ है, फुल ऑफ सिक्योरिटी है, फाइन। बट लेकिन जो पाकिस्तान ਦੀ ਲਾਈਫ ਹੈ ਉਹਦੇ ਨਾਲ ਤੁਸੀਂ ਉਹਦਾ ਤੇ ਫਿਰ ਹੋਰ ਹੀ ਮਜ਼ਾ ਹੈ, ਤੁਹਾਨੂੰ ਪਤਾ ਹੈ। ਤੁਹਾਡੇ ਵਾਲਿਦ ਸਾਹਿਬ ਵੱਡੇ ਸਿਆਸਤਦਾਨ ਨੇ, ਤੁਹਾਡਾ ਵੀ ਦਿਲ ਕਰਦਾ ਸਿਆਸਤ ਕਰਨ ਤੇ ਪਾਕਿਸਤਾਨ 'ਚ ਜਾ ਕੇ ਜਾਂ ਨਹੀਂ?
ਬਿਲਕੁਲ ਕਰਦਾ ਜੀ। ਸਾਡੇ ਖੂਨ ਵਿੱਚ ਸਿਆਸਤ ਹੈ ਕਿ ਸਾਡਾ ਤੇ ਹਰ ਵਕਤ ਦਿਲ ਚਾਹੁੰਦਾ ਸੀ ਸਿਆਸਤ ਕਰੀਏ, ਔਰ ਅਗਰ ਅਸੀਂ ਆਵਾਮ ਨੂੰ ਆਪਣੇ ਇਰਦ ਗਿਰਦ ਨਾ ਵੇਖੀਏ ਤੇ ਅਸੀਂ ਪਰੇਸ਼ਾਨ ਹੋ ਜਾਂਦੇ ਆ। ਔਰ ਆਵਾਮ ਇਸ ਇੱਕ ਕਿਸਮ ਦੀ ਸਾਡੇ ਵਾਸਤੇ ਆਕਸੀਜਨ ਹੈ ਜਿਹੜੀ ਸਾਨੂੰ ਜ਼ਿੰਦਾ ਰੱਖਦੀ ਹੈ। ਤੇ ਨਵਾਬਲਾ ਸਾਹਿਬ ਕੀ ਵਜ੍ਹਾ ਹੈ ਤੁਹਾਡੇ ਵਾਲਿਦ ਸਾਹਿਬ ਦੇ ਸਿਆਸੀ ਹਰੀਫ ਨੇ ਜਿਹੜੇ ਉਹਨਾਂ ਦੇ ਬੱਚੇ ਐਮਐਨਏਜ਼ ਵੀ ਬਣ ਚੁੱਕੇ ਨੇ ਔਰ ਕੁਝ ਐਮਐਨਏਜ਼ ਬਣਨ ਦੀਆਂ ਤਿਆਰੀਆਂ ਦੇ ਵਿੱਚ ਨੇ, ਤੁਸੀਂ ਅੱਜ ਤੱਕ ਉੱਥੇ ਨਹੀਂ ਗਏ ਪ੍ਰੈਕਟੀਕਲ ਲਾਈਫ, ਕੀ ਵਜ੍ਹਾ? ਹਰ ਫੈਮਿਲੀ ਦੇ ਜਨਾਬ ਆਪਣੇ ਹਾਲਾਤ ਵਾਕਿਆਤ ਹੁੰਦੇ ਨੇ, ਔਰ ਮੇਰੇ ਵਾਲਿਦ ਸਾਹਿਬ ਅੱਲਾ ਉਹਨਾਂ ਦੀ ਜ਼ਿੰਦਗੀ ਕਰੇ, ਉਹ ਇਸ ਵਕਤ ਐਕਟਿਵ ਨੇ, ਔਰ ਸਾਨੂੰ ਮੈਨੂੰ ਕੋਈ ਲਾਲਚ ਐਸਾ ਨਹੀਂ ਹੈ, ਮੈਂ ਕੋਈ ਰਸ਼ ਵਿੱਚ ਨਹੀਂ ਆ। ਜਦ ਅੱਲਾਹ ਤਾਲਾ ਨੇ ਮੌਕਾ ਦਿੱਤਾ ਤੇ ਜ਼ਰੂਰ ਆਵਾਂਗੇ। ਉਹਨਾਂ ਦੇ ਆਪਣੇ ਫੈਮਿਲੀ ਹਾਲਾਤ ਵਾਕਿਆਤ ਤੇ ਉਹਨਾਂ ਦੇ ਮੁਤਾਬਿਕ ਉਹਨਾਂ ਨੇ ਆਪਣੇ ਡਿਸੀਜਨ ਲਏ ਨੇ। ਹਰ ਟੀਮ ਦਾ ਇੱਕ ਆਪਣਾ ਸਟ੍ਰੈਟਜੀ ਹੁੰਦੀ ਹੈ। ਅਜੇ ਮੇਰੇ ਵਾਲਿਦ ਸਾਹਿਬ ਹੈ ਨੇ, ਮੇਰਾ ਛੋਟਾ ਭਾਈ ਹੈਦਰ ਮਹਿਦੀ ਐਮਪੀਏ ਰਿਹਾ ਹੈ ਤੇ ਇਨਸ਼ਾਅੱਲਾ ਤਾਲਾ ਮੈਂ ਕੌਮੀ ਸਿਆਸਤ ਵਿੱਚ ਆਵਾਂਗਾ। ਵਕਤ ਉਹ ਦੂਰ ਨਹੀਂ, ਮੈਂ ਸਿਰਫ ਇਹ ਕਹਿ ਸਕਦਾ ਤੁਹਾਨੂੰ। ਕੌਮੀ ਸਿਆਸਤ ਦੇ ਵਿੱਚ ਕਿਹੜਾ ਲੀਡਰ ਤੁਹਾਨੂੰ ਦਬੰਗ ਲੱਗਦਾ? ਵੇਖੋ ਜੀ, ਦਬੰਗ ਲੀਡਰ ਤੇ ਮੀਆਂ ਨਵਾਜ਼ ਸ਼ਰੀਫ ਸਾਹਿਬ ਨੇ। ਉਹਨਾਂ ਦੇ ਬੱਚੇ ਮੇਰੇ ਨਾਲ ਐਚੀਸਨ ਕਾਲਜ ਪੜ੍ਹਦੇ ਰਹੇ ਨੇ। ਹਮਜ਼ਾ ਸ਼ਬਾਜ਼ ਮੇਰੇ ਕਲਾਸ ਫੈਲੋ ਸਨ ਤੇ ਨਵਾਜ਼ ਸ਼ਰੀਫ ਸਾਹਿਬ ਦਬੰਗ ਲੀਡਰ ਨੇ। ਉਹਨਾਂ ਦੇ ਜਿਹੜੇ ਅਸੂਲ ਨੇ ਸਿਆਸਤ ਦੇ ਉਹ ਬਹੁਤ ਅੱਛੇ ਨੇ, ਔਰ ਉਹ ਚੀਜ਼ ਮੈਨੂੰ ਨਹੀਂ ਬਲਕਿ ਪੂਰੇ ਕੌਮ ਨੂੰ ਉਹ ਚੀਜ਼ ਇੰਪ੍ਰੈਸ ਕਰਦੀ ਹੈ ਔਰ ਮੋटिवेट करती है। ठीक है। कामरान गुज्जर साहब पूछ रहे ने कि नवाबजादा साहब NA-68 में अब MPA कौन होगा नेक्स्ट इलेक्शन में? जी बड़ा अच्छा सवाल उन्होंने किया है। NA-68 विच कैंडिडेट नवाबजादा गजनफर अली गुल होवन दे MNA दे ते अपना MPA ਦੇ ਕੈਂਡੀਡੇਟ ਨਵਾਬਜ਼ਾਦਾ ਮਜ਼ਹਰ ਅਲੀ ਦੇ ਬੇਟੇ ਹੋਣ ਦੇ ਜਾਂ ਉਹਨਾਂ ਦਾ ਪੋਤਾ ਹੋਵੇਗਾ। ਤੁਸੀਂ ਕਿਦੋਂ ਬਾਕਾਇਦਾ ਪਾਕਿਸਤਾਨ ਦੇ ਵਿੱਚ ਜਾ ਕੇ ਸਿਆਸਤ ਸ਼ੁਰੂ ਕਰਨ ਦਾ ਇਰਾਦਾ ਰੱਖਦੇ? ਮੈਂ ਜੀ ਆਪਣੇ तमाम ਮਾਮੂਲਾਤ ਅੱਲਾਹ ਤਾਲਾ ਤੇ ਛੱਡੇ ਨੇ, ਔਰ ਮੇਰੀ तमाम तर ਉਮੀਦਾਂ ਅੱਲਾਹ ਤੋਂ ਨੇ। ਜਿਸ ਵਕਤ ਅੱਲਾਹ ਤਾਲਾ ਦੀ ਇਜਾਜ਼ਤ ਹੋਈ, ਮੇਰੇ ਵਾਸਤੇ ਅੱਛਾ ਮੌਕਾ ਹੋਇਆ, ਅੱਲਾਹ ਤਾਲਾ ਦੀ ਜ਼ਾਤ ਮੈਨੂੰ ਉੱਥੇ ਪਹੁੰਚਾ ਦੇਗੀ। ਮੇਰਾ ਇਹ ਈਮਾਨ ਹੈ। ठीक है। अमजद फारूक राजपूत साहब सीनियर सहाफ़ी कह रहे हैं अस्सलाम वालेकुम। अब्दुर्रहमान चौधरी साहब मैसेज कर रहे हैं इंशाल्लाह MPA नवाबजादा तारुल मुल्क साहब, और कर्नल लियाकत अली साहब कह रहे हैं नवाबजादा गजनफर गुल साहब इज़ आल्सो ग्रेट पर्सनैलिटी। मोहम्मद अफजल साहब भट्ट साहब जर्मनी तो कह रहे हैं अस्सलाम वालेकुम। नवाबजादा साहब ਅਸੀਂ ਅਕਸਰ ਵੇਖਦੇ ਰਹਿੰਦੇ ਹਾਂ ਸੋਸ਼ਲ ਮੀਡੀਆ ਤੇ ਤੁਸੀਂ ਕਾਫੀ ਜ਼ਿਆਦਾ ਵੀਡੀਓਜ਼ ਬਣਾਉਂਦੇ ਰਹਿੰਦੇ ਹੋ ਜਿਹੜੀਆਂ ਵਾਇਰਲ ਵੀ ਹੁੰਦੀਆਂ ਰਹਿੰਦੀਆਂ ਨੇ। ਕੀ ਰਾਕਟ ਸਾਇੰਸ ਹੈ, ਕਿਉਂ ਜ਼ਿਆਦਾ ਤੁਸੀਂ ਵੀਡੀਓ ਪੈਗਾਮਾਤ ਨੇ ਜਿਹੜੇ ਨਸ਼ਰ ਕਰਦੇ ਰਹਿੰਦੇ? ਮੈਂ ਆਪਣੇ ਲੋਕਾਂ ਨੂੰ, ਮੇਰਾ ਗੁਜਰਾਤ ਦੇ ਨਾਲ ਤਾਲੁਕ ਹੈ ਔਰ ਸਾਡਾ ਜਿਹੜਾ ਗੁਜਰਾਤ ਦੇ ਲੋਕਾਂ ਨਾਲ ਤਾਲੁਕ ਹੈ ਉਹ ਇੱਕ ਖਾਨਦਾਨ ਦੀ ਤਰਫ ਤੋਂ ਹੈ, ਤੇ ਮੈਂ ਸੋਚਿਆ ਕਿ ਮੈਂ ਲੋਕਾਂ ਨੂੰ ਜਿੰਨਾ ਵੀ ਐਜੂਕੇਟ ਕਰ ਸਕਾਂ ਸਿਆਸਤ ਦੇ ਬਾਰੇ ਵਿੱਚ, ਮੌਜੂਦਾ ਹਾਲਾਤ ਦੇ ਬਾਰੇ ਵਿੱਚ, ਮੈਨੂੰ ਆਪਣਾ ਰੋਲ ਪਲੇ ਕਰਨਾ ਚਾਹੀਦਾ, ਖਾਮੋਸ਼ ਨਹੀਂ ਰਹਿਣਾ ਚਾਹੀਦਾ, ਤੇ ਉਹਦੀ ਵਜ੍ਹਾ ਨਾਲ ਮੈਂ ਇਹ ਚੀਜ਼ਾਂ ਨੂੰ ਕੰਟੀਨਿਊ ਕੀਤਾ ਜੀ। ਅਮਜਦ ਫਾਰੂਕ ਸਾਹਿਬ ਕਹਿ ਰਹੇ ਨੇ ਨਵਾਬਜ਼ਾਦਾ ਗਜ਼ਨਫਰ ਅਲੀ ਗੁਲ ਸਾਹਿਬ ਦਰਵੇਸ਼ ਸਿਆਸਤਦਾਨ ਹੈ। ਸਰ ਇਹ ਦੱਸੋ ਕਿ ਤੁਹਾਡੇ ਜਿਹੜੇ ਸਿਆਸੀ ਹਰੀਫ ਨੇ ਉਹ ਇਲਜ਼ਾਮ ਲਾਉਂਦੇ ਨੇ ਕਿ ਨਵਾਬਜ਼ਾਦਾ ਖਾਨਦਾਨ ਇੱਕ ਜ਼ਾਲਮ ਖਾਨਦਾਨ ਹੈ, ਜਦਕਿ ਜਿਹੜੇ ਤੁਹਾਡੇ ਆਪਣੇ ਸਪੋਰਟਰਸ ਨੇ ਮੁਨਹਰਿਫ ਉਹ ਕਹਿੰਦੇ ਨੇ ਨਵਾਬਜ਼ਾਦਾ ਖਾਨਦਾਨ ਕੋਈ ਜ਼ਰੂਰਤ ਤੋਂ ਜ਼ਿਆਦਾ ਹੀ ਸ਼ਰੀਫ ਹੈ। सच की है? तमाम तर ताकत और इक़्तिदार तकब्बुर मेरे और तुहाडे परवरदिगार दा है। अगर नवाबजादा खानदान जालिम होंदा बकौल उन्हां दे ते नवाबजादा खानदान कदों दा सियासत विचों खत्म हो चुकिया होंदा। जिस तरह लोग सुनते सन, असीं छोटे होंदे तो सुनते सन, तुसीं भी सुनदे होवोगे कि जी पाकिस्तान खत्म हो चला, जी पाकिस्तान खत्म हो चला, लेकिन पाकिस्तान कदी खत्म नहीं होया।
ਇਸ ਤਰ੍ਹਾਂ ਨਵਾਬਜ਼ਾਦਿਆਂ ਦੇ ਬਾਰੇ ਚ ਵੀ ਲੋਕ ਕਹਿੰਦੇ ਸਨ, ਲੇਕਿਨ ਅੱਲਾਹ ਤਾਲਾ ਨੇ ਜਦ ਤੱਕ ਉਹਨਾਂ ਤੇ ਆਪਣਾ ਸਾਇਆ ਰੱਖਿਆ, ਖਾਨਦਾਨ ਜ਼ਿੰਦਾ ਰਵੇਦਾ। ਇਹਨਾਂ ਨੂੰ ਬੜੇ ਬੜੇ ਵਲੀਆਂ ਦੀ ਦੁਆ ਹੈ। ਜਿਸ ਤਰ੍ਹਾਂ ਕਈ ਸਾਈਂ ਕਾਵਾਂ ਅਲੀ ਸਰਕਾਰ ਸਨ, ਨਵਾਬ ਸਰ ਫਜ਼ਲ ਅਲੀ ਦੇ ਦੋਸਤ ਸਨ, ਔਰ ਉਹਨਾਂ ਕਿਹਾ ਸੀ ਕਿ ਸਰ ਫਜ਼ਲ ਅਲੀ ਤੇਰੇ ਖਾਨਦਾਨ ਤੇ ਅਰੂਜ ਹੀ ਅਰੂਜ ਰਹਿਣਾ, ਕਦੀ ਜ਼ਵਾਲ ਨਹੀਂ ਆਉਣਾ। ਜ਼ਵਾਲ ਇਹ ਨਹੀਂ ਹੁੰਦਾ ਕਿ ਤੁਸੀਂ ਅਰੂਜ ਹੁੰਦਾ ਕਿ ਤੁਸੀਂ ਆਵਾਮ ਦੇ ਦਿਲਾਂ ਵਿੱਚ ਬਸੋ। ਇਹ ਨਹੀਂ ਹੁੰਦਾ ਕਿ ਤੁਸੀਂ ਇਲੈਕਸ਼ਨ ਹਾਰ ਗਏ। ਕਿਸ ਤਰ੍ਹਾਂ ਹਾਰ ਗਏ? ਜਿਸ ਤਰ੍ਹਾਂ ਪਾਕਿਸਤਾਨ ਇਲੈਕਸ਼ਨ ਹੁੰਦੇ ਨੇ, ਤੁਹਾਨੂੰ ਪਤਾ ਹੀ ਹੈ, ਮੈਨੂੰ ਇਸ ਡਿਟੇਲ ਵਿੱਚ ਜਾਣੇ ਦੀ ਜ਼ਰੂਰਤ ਨਹੀਂ, ਲੇਕਿਨ ਲੋਕਾਂ ਦੇ ਦਿਲਾਂ 'ਚ ਰਾਜ ਕਰਨਾ ਚਾਹੀਦਾ। ਉਹ ਨਵਾਬਜ਼ਾਦਾ ਖਾਨਦਾਨ ਕਰ ਰਿਹਾ ਹੈ। ਔਰ ਜਿਹੜੀ ਉਹਨਾਂ ਨੇ ਕਿਹਾ ਕਿ ਜ਼ੁਲਮ ਦੀ ਦਾਸਤਾਨ ਤੇ ਦੂਜੀ ਤਰਫ ਸਾਡੇ ਹਰੀਫ ਨੇ ਉਹਨਾਂ ਨੇ ਕੀ ਨਹੀਂ ਕੀਤਾ ਇਸ ਹਲਕੇ ਵਿੱਚ। ਔਰ ਨਵਾਬਜ਼ਾਦਾ ਗਜ਼ਨਫਰ ਅਲੀ ਗੁਲ ਨੇ ਆਪਣਾ ਖੂਨ ਦੇ ਕੇ ਇਹਨਾਂ ਦੀ ਬਦਮਾਸ਼ੀ ਨੂੰ ਖਤਮ ਕੀਤਾ ਹੈ। ਔਰ ਵੱਡੀਆਂ ਗੱਲਾਂ ਨਹੀਂ, ਮੂੰਹ ਤੋਂ ਵੱਡੀਆਂ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ। ਅੱਜ ਚੌਧਰੀ ਵਜਾਤ ਨੇ ਵੀ ਉਹੀ ਰਸਤਾ ਇਖਤਿਆਰ ਕਰ ਲਿਆ ਜੋ ਨਵਾਬਜ਼ਾਦਾ ਗਜ਼ਨਫਰ ਅਲੀ ਗੁਲ ਨੇ ਜਿਹਦੇ ਪਿੱਛੇ ਆਪਣਾ ਖੂਨ ਦਿੱਤਾ ਹੈ, ਕਿਉਂਕਿ ਚੌਧਰੀ ਵਜਾਤ ਨੂੰ ਪਤਾ ਸੀ ਕਿ ਅਗਰ ਮੈਂ ਆਪਣੇ ਬਦਮਾਸ਼ੀ ਵਾਲੇ ਰਸਤੇ ਤੇ ਰਿਹਾ ਤੇ ਸਾਡਾ ਬਿਲਕੁਲ ਹਰ ਚੀਜ਼ ਖਤਮ ਔਰ ਅਸੀਂ ਤਬਾਹ ਬਰਬਾਦ ਹੋ ਜਾਂਦੇ। ਤੇ ਉਹਨੇ ਉਹੀ ਰਸਤਾ ਇਖਤਿਆਰ ਕੀਤਾ ਜੋ ਨਵਾਬਜ਼ਾਦਾ ਗਜ਼ਨਫਰ ਅਲੀ ਗੁਲ ਦਾ ਹੈ। ਇਹਦੇ ਵਿੱਚ ਫਤਹ ਨਵਾਬਜ਼ਾਦਾ ਗਜ਼ਨਫਰ ਅਲੀ ਗੁਲ ਦੀ ਹੈ ਕਿ ਉਹਦਾ ਦੁਸ਼ਮਣ ਵੀ ਉਹਦੇ ਰਸਤੇ ਤੇ ਆ ਗਿਆ, ਕਿਉਂਕਿ ਤੁਸੀਂ ਸੁਣਦੇ ਹੋ ਨਾ ਅੱਜ ਕੱਲ ਚੌਧਰੀ ਵਜਾਤ ਜਲਸਿਆਂ 'ਚ ਲੋਕਾਂ ਨੂੰ ਇਸਲਾਮੀ ਲੈਕਚਰ ਦਿੰਦੇ ਨੇ। ਇਹ ਵੀ ਇੱਕ ਵਕਤ ਆਉਣਾ ਸੀ। ਇਹ ਤੇ ਅੱਛੀ ਚੀਜ਼ ਹੈ। ਔਰ ਚੌਧਰੀ ਅਮੀਰ ਅਫਜ਼ਲ ਸਾਹਿਬ, ਤੁਸੀਂ ਇਸਲਾਮੀ ਲੈਕਚਰ ਦੀ ਗੱਲ ਕੀਤੀ ਹੈ, ਉਹ ਕਹਿ ਰਹੇ ਅਸਲਾਮ ਅਲੈਕਮ ਰਾਜਾ ਸਾਹਿਬ, ਸਿਆਸਤਦਾਨਾਂ ਨੂੰ ਇਲੈਕਸ਼ਨ ਦੇ ਦਿਨਾਂ 'ਚ ਹੀ ਅੱਲਾਹ ਯਾਦ ਕਿਉਂ ਆਉਂਦਾ? ਨਹੀਂ, ਮੈਂ ਇਸ ਚੀਜ਼ ਤੋਂ ਡਿਸਐਗਰੀ ਕਰਨਾ ਬਹੁਤ ਇਤਰਾਮ ਨਾਲ ਔਰ ਬਹੁਤ ਅਦਬ ਨਾਲ। ਜਿਹੜਾ ਇਨਸਾਨ ਦਾ ਔਰ ਅੱਲਾਹ ਦਾ ਰਿਸ਼ਤਾ ਹੈ ਉਹ ਇੱਕ ਪ੍ਰਾਈਵੇਟ ਰਿਸ਼ਤਾ ਹੈ, ਔਰ ਹਰ ਇਨਸਾਨ ਦਾ ਅਸੀਂ ਹਮੇਸ਼ਾ ਸਾਡੇ ਦਿਲ 'ਚ ਅੱਲਾਹ ਦਾ ਖੌਫ ਹੈ, ਔਰ ਅਸੀਂ ਅੱਲਾਹ ਨੂੰ ਜਾਂ ਸਿਆਸਤ ਵਿੱਚ ਇਨਵੋਲਵ ਨਹੀਂ ਕਰਦੇ। ਬਾਕੀ ਤਮਾਮ ਤਰ ਜਿਹੜੀਆਂ ਰਹਿਮਤਾਂ ਨੇ, ਬਰਕਤਾਂ ਨੇ, ਉਹ ਤੇ ਅੱਲਾਹ ਦੀਆਂ ਨੇ। ਉਹ ਤੇ ਉਹਦੇ ਵਿੱਚ ਅਸੀਂ ਸਿਆਸਤ ਵਿੱਚ ਕੋਈ ਰਿਲੀਜਨ ਨੂੰ ਇਨਵੋਲਵ ਨਹੀਂ ਕਰਦੇ ਅਸੀਂ। जी ठीक है। मुदस्सिर इकबाल साहब कह रहे हैं गुल साहब अ ग्रेट लीडर है ने थर्ड गुल साहब का है। उमर भट्ट साहब कमेंट कर रहे हैं मेरा तल्लक तो नहीं नून लीग के साथ, लेकिन नवाबजादा तारुल मुल्क की बनती है क्योंकि मेहनत नजर आ रही है। की कहोगे? देखें जी, ਜਿਹੜਾ ਤਾਇਰੁਲ ਮੁਲਕ ਦੀ ਇਹਨਾਂ ਗੱਲ ਕੀਤੀ ਹੈ, ਤਾਇਰੁਲ ਮੁਲਕ 2003 ਬੰਦੇ ਗੁਜਰਾਤ ਵਿੱਚ ਫॉर ਲਾਈਫ ਡਿਸਕੁਆਲੀਫਾਈਡ ਨੇ। ਇਹਦਾ ਤੇ ਗੁਲ ਸਾਹਿਬ ਨੇ ਵੀ ਬਿਆਨ ਦੇ ਸੜਿਆ। ਮੈਂ ਕੋਈ ਸੀਕ੍ਰੇਟ ਨਹੀਂ ਓਪਨ ਕਰ ਰਿਹਾ, ਇਹ ਇੱਕ ਓਪਨ ਸੀਕ੍ਰੇਟ ਹੈ ਕਿ ਤਾਇਰੁਲ ਮੁਲਕ, ਸਾਦਤ ਨਵਾਜ਼, ਖਾਲਿਦ ਅਸਗਰ ਗੁਰਾਲ ਇਹ ਫॉर ਲਾਈਫ ਡਿਸਕੁਆਲੀਫਾਈਡ ਨੇ। ਇਹ ਕੋਈ ਪਬਲਿਕ ਆਫਿਸ ਨਹੀਂ ਹੋਲਡ ਕਰ ਸਕਦੇ ਜਿੱਥੇ ਤੱਕ ਨੈਸ਼ਨਲ ਔਰ ਪ੍ਰੋਵਿੰਸ਼ੀਅਲ ਅਸੈਂਬਲੀ ਦਾ ਹੈ। ਔਰ ਤਾਇਰੁਲ ਮੁਲਕ ਇਲੈਕਸ਼ਨ ਨਹੀਂ ਕੰਟੈਸਟ ਕਰ ਸਕਦੇ। ਇਹ ਤੇ ਇੱਕ ਕ੍ਰਿਸਟਲ ਕਲੀਅਰ ਗੱਲ ਹੈ, ਇਹਦੇ ਵਿੱਚ ਕੋਈ ਦੋ ਰਾਏ ਹੋਣੀ ਨਹੀਂ ਚਾਹੀਦੀ। ਅਗਰ ਤਾਇਰੁਲ ਮੁਲਕ ਕਰ ਸਕਦਾ ਹੁੰਦਾ ਉਹ 2002 ਵਿੱਚ ਵੀ ਕਰਦਾ, 2008 ਵਿੱਚ ਵੀ ਕਰਦਾ, 2013 ਵਿੱਚ ਵੀ ਕਰਦਾ। 2013 ਵਿੱਚ ਫਿਰ ਹੈਦਰ ਮਹਿਦੀ ਨੇ ਲੜਿਆ ਕਿਉਂਕਿ ਉਹ ਕਵਰਿੰਗ ਕੈਂਡੀਡੇਟ ਸੀ। 2018 ਵਿੱਚ ਉਹ ਫਿਰ ਡਿਸਕੁਆਲੀਫਾਈਡ ਹੋਇਆ। ਪੂਰੇ ਜੋ ਇਲੈਕਸ਼ਨ ਟ੍ਰਿਬਿਊਨਲ ਹੈ ਜਿਹੜਾ ਹਾਈ ਕੋਰਟ ਵਿੱਚ ਬੈਠਾ ਸੀ ਤੇ 4 ਫੈਸਲੇ ਨੇ। ਫਿਰ ਹੁਣ ਅਗਰ ਲੋਕ ਹਕੀਕਤ ਨੂੰ ਨਹੀਂ, ਅਗਰ ਪਤਾ ਹੈ ਕਿ ਦਿਨ ਹੈ ਤੇ ਕਹਿਣਾ ਚਾਹੀਦਾ ਦਿਨ ਹੈ, ਰਾਤ ਹੈ ਤੇ ਕਹਿਣੀ ਚਾਹੀਦੀ ਰਾਤ ਹੈ। ਲੇਕਿਨ ਅਗਰ ਕਿਸੇ ਨੇ ਅੱਖਾਂ ਮੀਟ ਲੀਆਂ ਨੇ ਤੇ ਉਹਦਾ ਹਕੀਮ ਲੁਕਮਾਨ ਕੋਲ ਵੀ ਇਲਾਜ ਨਹੀਂ ਸੀ। ਸਾਹਿਬ, ਇਹ ਜਿਹੜਾ ਤੁਸੀਂ ਡਿਸਕੁਆਲੀਫਾਈ ਦਾ ਲਫ਼ਜ਼ ਯੂਜ਼ ਕਰ ਰਹੇ ਹੋ, ਕਿਸ ਬੇਸ ਤੇ ਇਹ ਹਸਤੀਆਂ ਨੇ ਜਿਹੜੀਆਂ ਡਿਸਕੁਆਲੀਫਾਈ ਤੁਹਾਡੇ ਖਿਆਲ 'ਚ ਨੇ? ਇਹ ਡਿਸਕੁਆਲੀਫਾਈਡ ਨੇ ਕਿਉਂਕਿ ਇਹਨਾਂ ਦੀ ਐਜੂਕੇਸ਼ਨਲ ਰਿਕਾਰਡ ਦੀ ਵਜ੍ਹਾ ਨਾਲ। ਇਹ ਸੁਣਨੇ ਚ ਆ ਰਿਹਾ ਪਾਕਿਸਤਾਨ ਦੇ ਵਿੱਚ ਤੇ ਇਸ ਟਾਈਮ ਕੁੰਡੀ ਨਾਲ ਖੜਕਾ ਸੋਹਣਿਆ ਸਿੱਧੇ ਹੀ ਅੰਦਰ ਆਏ, ਚਾਹੇ ਤੁਸੀਂ MPA ਜਾਂ MNA ਜਿਹੜਾ ਵੀ ਇਲੈਕਸ਼ਨ ਲੜਨਾ, ਉੱਥੇ ਪੜ੍ਹਾਈ ਦੀ ਤੇ ਸ਼ਰਤ ਹੀ ਖਤਮ ਹੋ ਗਈ। ਨਹੀਂ ਜੀ, ਕਿਉਂਕਿ ਅਗਰ ਤੁਸੀਂ ਆਪਣੇ ਪੇਪਰਸ ਨੋਮੀਨੇਟ ਕਰਾਏ ਨੇ ਔਰ ਤੁਸੀਂ ਇਹ ਕਿਹਾ ਕਿ ਫॉर ਐਗਜ਼ਾਮਪਲ ਮੈਂ ਮੈਟ੍ਰਿਕ ਪਾਸ ਹਾਂ, ਲੇਕਿਨ ਬਾਅਦ ਵਿੱਚ ਜਿਹੜਾ ਤੁਹਾਡਾ ਓਪੋਨੈਂਟ ਹੈ ਉਹ ਇਸ ਚੀਜ਼ ਨੂੰ ਚੈਲੰਜ ਕਰਦਾ ਕੋਰਟ ਵਿੱਚ ਕਿ ਇਹਨੇ
ਝੂਠੀ ਜਿਹੜੇ ਜਿਹੜੇ ਪੇਪਰਸ ਨੇ ਜਮ੍ਹਾਂ ਕਰਾਏ ਨੇ, ਫਿਰ ਉਹਦੇ ਉੱਤੇ ਉਹ ਚੈਲੰਜ ਕਰਦੇ ਆ ਔਰ ਕੋਰਟ ਵਿੱਚ ਅਗਰ ਉਹ ਪ੍ਰੂਵ ਹੋ ਜਾਂਦਾ ਹੈ ਕਿ ਯੈਸ ਇਸ ਬੰਦੇ ਨੇ ਝੂਠ ਮਾਰਿਆ ਔਰ ਉਹਦੀ ਬਿਨਾ ਤੇ ਫਿਰ ਉਹਨੂੰ ਡਿਸਕੁਆਲੀਫਾਈਡ ਕੀਤਾ ਜਾਂਦਾ ਹੈ। ਇਸ ਬੇਸਿਸ ਤੇ ਲੋਕ ਡਿਸਕੁਆਲੀਫਾਈਡ ਹੋਣੇ ਜਿੰਨੇ ਵੀ ਪਾਕਿਸਤਾਨ ਵਿੱਚ। ਸ਼ੇਖ ਵਕਾਸ ਵੇਖ ਲਓ ਜਿਹੜਾ ਜੰਗ ਤੋਂ MNA, ਉਹਦਾ ਜਿਹੜਾ ਉਹਦੀ ਇੱਕ ਡਿਗਰੀ ਸੀ, ਉਹਦੀ ਵਜ੍ਹਾ ਨਾਲ ਉਹ ਇਲੈਕਸ਼ਨ ਕੰਟੈਸਟ ਨਹੀਂ ਕਰ ਸਕਿਆ। ਹਾਲਾਂਕਿ ਉਹ ਮੁਸ਼ਰਫ ਦੌਰ ਵਿੱਚ ਕਾਫੀ ਆਊਟਸਪੋਕਨ ਸੀ, ਬੜਾ ਮੀਡੀਆ ਤੇ ਆਮਣਾ ਸਾਹਮਣਾ, ਸ਼ਾਇਦ ਤੁਸੀਂ ਨਾਮ ਸੁਣਿਆ ਹੀ ਹੋਵੇ। ਜੀ ਸ਼ੇਖ ਵਕਾਸ ਅਕਰਮ ਮੁਸਲਿਮ ਲੀਗ ਕਾਫ ਦੇ ਰਾਹਨੁਮਾ ਰਹੇ ਨੇ। ਹਾਂ ਜੀ, ਹੁਣ ਉਹ ਫਿਰ ਨੂਨ ਵਿੱਚ ਆ ਗਏ ਤੇ ਯੈਸ ठीक है। चौधरी यासीन वड़ैल साहब कह रहे हैं माशाल्लाह बहुत हूँ। वसीम अकरम भट्टी साहब यूरोप तो कह रहे हैं क्या ज्यादा बेहतर नहीं होगा कि MPA की टिकट खानदान से बाहर किसी मुखलस वर्कर को दी जाए? ਸਾਡੇ ਖਾਨਦਾਨ ਤੋਂ ਬਾਹਰ ਲੋਕ ਕਿਸੇ ਨੂੰ ਐਕਸੈਪਟ ਨਹੀਂ ਕਰਦੇ। ਅਗਰ ਇੱਕ ਪਿੰਡ ਵਿੱਚ ਤੁਸੀਂ ਕਿਸੇ ਨੂੰ ਟਿਕਟ ਦਿਓ ਦੇ ਉੱਤੇ 100 ਘਰ ਖਲੋ ਜਾਣਦੇ, ਕਿਉਂਕਿ ਹਰ ਕੋਈ ਸਮਝਦਾ ਕਿ ਮੈਂ ਉਸ ਆਦਮੀ ਤੋਂ ਸੁਪੀਰੀਅਰ ਹਾਂ। ਤੇ ਇਸ ਵਾਸਤੇ ਇਸ ਚੀਜ਼ ਨੂੰ ਬੈਲੈਂਸ ਆਊਟ ਕਰਨ ਵਾਸਤੇ ਅੱਲਾਹ ਤਾਲਾ ਨੇ ਜੋ ਸਾਡੇ ਖਾਨਦਾਨ ਨੂੰ ਜਿਹੜਾ 1829 ਤੋਂ ਸਿਆਸਤ ਵਿੱਚ ਇਹ ਚੀਜ਼ ਚਲਦੀ ਆ ਰਹੀ ਹੈ, 1829 100 ਸਾਲ ਤੋਂ ਵੀ ਉੱਤੇ। ਅਗਰ ਲੋਕ ਐਕਸੈਪਟ ਕਰਨ ਇਸ ਚੀਜ਼ ਨੂੰ ਤੇ ਕਿਆ ਤੁਹਾਡਾ ਖਾਨਦਾਨ ਲੋਕਾਂ ਦੀ ਇਸ ਐਕਸੈਪਟੈਂਸ ਨੂੰ ਸਪੋਰਟ ਕਰੇਗਾ? ਨਹੀਂ ਜੀ, ਉਹ ਕੁਐਸਚਨ ਤੇ ਜਿਹੜੀ ਚੀਜ਼ ਪੋਸੀਬਲ ਨਹੀਂ ਉਹਦੇ ਤੇ ਡਿਬੇਟ ਕਰਨੇ ਦਾ ਮੈਂ ਨਹੀਂ ਸਮਝਦਾ ਕੋਈ ਫਾਇਦਾ ਹੈ। जी ठीक है। इम्तियाज चौधरी साहब रंगड़ा तू रहनुमा मुस्लिम लीग काफ कह रहे हैं अस्सलाम वालेकुम। नवाब साहब मिर्जा अफजल बेग साहब साबिक पुलिस ऑफिसर रिटायर्ड कह रहे हैं माशाल्लाह जी माशाल्लाह। राजा नफीस अहमद साहब कह रहे हैं अस्सलाम वालेकुम। चौधरी ताहिर परवेज साहब कह रहे हैं नवाबजादा फैमिली सच गुड एंड जेंटलमैन फैमिली नाल दिलों के टोकरे ते थम्स अप भेजा ने। उस तो बाद कह रहे हैं गुल साहब ग्रेट लीडर की वजह काफी गाले भी कहने लग पे ने गुल साहब ग्रेट लीडर। देखे जी, गुल साहब ने जेड़ा अपना सियासी कैरियर शुरू किया सी नवाबजादा जफर मेहदी दी फौतगी दे बाद, ओदे बाद जेड़ा नवाब गजनफर गुल ने जो काम किया इस हल्के वास्ते, फिर जदों 150 पिंडां नूं बिजली दिती, फोन दिता, स्कूल बनवाए, डिस्पेंसरीज बनवाइयां, रोड्स बनवाइयां और जिन्ने भी पब्लिक फंड्स आए सन उन्हां कोल उन्होंने वो अमानत लोगों तक पहुंचाई। और अज तक साडे जेडे हरीफ ने वो बड़ी वजारतां ते भी रहे ने, वजारत आला ते भी रहे ने, वो ब्यूरोक्रेट्स नूं आंदे रहंदे सन इन्हां दे खिलाफ कोई केस कढो, आंदे ने कुछ है ही नहीं, असीं कित्थों कढीए। ते इह साडे वास्ते फखर दा मकाम है जी। ठीक है, असीं लोगां दी पब्लिक सर्विस नूं पूरी ऑनेस्टी नाल सर्व कीता है और सानू फखर है उहदे ते। बाकी कई लोगों का पोलिटिकल जिहड़ी उन्हां दा नजरिया है वो डिफरेंट है, असीं ओहदी रिस्पेक्ट करने आ, लेकिन असीं जिहड़ी पब्लिक फंड है वो पब्लिक दी अमानत है उत्थे तक पहुंचाने। और साडा पिछला जिहड़ा 2013 तो 18 तक वेख लो रिकॉर्ड। और नवाबजादा गजनफर अली गुल ने बेनजीर भुट्टो कोल गए, उन्हें कहा कि गुल तुहानू किन्ने 10-15 दी चाहिदी? उन्हें कहा जी नहीं, मैनू 150 पिंड दी बिजली चाहिदी। उत्थे जिन्ने भी MNA बैठे सन एकदम शौक विच आ गए कि उन्हें कहा जी मेरे लोगों को बिजली नहीं है। और फोन सुनन लोग उस वक्त कोठी नवाब साहब आते सन जिन्हां दे बच्चे बाहर होंदे सन। हुण ते तुहानू पता है कि वो सारियां चीजां अवेलेबल ने जी। ठीक है। चौधरी यासीन वड़ैल साहब कह रहे हैं तारुल मुल्क साहब दा कोई फैन है, सब गल साहब दी मेहनत दा नतीजा, सब गुल साहब दी मेहनत दा नतीजा है और गुल साहब दी औलाद ही इस नूं बेहतर बना सकती। जोया मलिक साहबा कह रही हैं नवाबजादा मेहदी अली जिंदाबाद और राजा इमरान साहब पाइंदाबाद। हमदान चौधरी साहब कह रहे हैं नवाबजादा खानदान क्या हल्के में नौजवान लीडर हुसैन लाई और अजनाला बरादरान का मुकाबला कर सकते हैं कभी? बिल्कुल कीता है जी, उन्होंने कई बारी शिकस्त भी दी और अगर इलेक्शन सही होंदे ते उन्होंने हर बारी शिकस्त होनी सी। और जिस तरह पिछला इलेक्शन सी कि जिहड़ा
ਗੇਂਦ ਉਹ ਬੈਟ ਦੇ ਦਰਮਿਆਨ ਲੱਗ ਕੇ ਬਾਉਂਡਰੀ ਤੇ ਜਾਂਦਾ ਸੀ ਤੇ ਅੰਪਾਇਰ ਆਊਟ ਦੇ ਦਿੰਦਾ ਸੀ ਤੇ ਉਹਦਾ ਤੇ ਫਿਰ ਕੋਈ ਇਲਾਜ ਨਹੀਂ। ਜਿਸ ਤਰ੍ਹਾਂ ਮੈਂ ਜਨਾਬ ਨੂੰ ਪਹਿਲੇ ਅਰਜ਼ ਕੀਤੀ ਹੈ ਕਿ ਜਿਸ ਤਰ੍ਹਾਂ ਇਲੈਕਸ਼ਨ ਹੁੰਦੇ, ਜਿਸ ਦਿਨ ਜੋ ਵੀ ਇਲੈਕਸ਼ਨ ਸਹੀ ਓਨੈਸਟਲੀ ਹੋਵੇਗਾ, ਇੱਕ ਨਿਊਟਰੈਲਿਟੀ ਤੇ ਹੋਵੇਗਾ, ਉਹਦੇ ਵਿੱਚ ਫਤਿਹ ਨਵਾਬਜ਼ਾਦਾ ਖਾਨਦਾਨ ਦੀ ਹੋਵੇਗੀ ਅੱਲਾ ਦੇ ਫਜ਼ਲੋ ਕਰਮ ਨਾਲ। ਹੁਣ ਚੀਟਿੰਗ ਕਰਕੇ ਅਗਰ ਉੱਤੇ ਰਿਜ਼ਲਟ ਬਦਲਨੇ ਨੇ, ਉਹ ਕਰਨੇ ਨੇ, ਉਹਦਾ ਤੇ ਫਿਰ ਕਿਸੇ ਕੋਲ ਜਨਾਬ ਕੋਈ ਇਲਾਜ ਨਹੀਂ। ਔਰ ਉਹਦੀ ਵਜ੍ਹਾ ਨਾਲ ਅੱਜ ਮੁਲਕ ਇਸ ਹਾਲਾਤ ਤੇ ਖਲੋਤੇ ਹੈ। ਜਦ ਤੱਕ ਤੁਸੀਂ ਪਬਲਿਕ ਓਪੀਨੀਅਨ ਦੀ ਰਿਸਪੈਕਟ ਨਹੀਂ ਕਰੋਗੇ, ਲੋਕਾਂ ਦੇ ਫੰਡਾਮੈਂਟਲ ਰਾਈਟਸ ਜਿਹੜੇ ਐਕਸਰਸਾਈਜ਼ ਕਰਦੇ ਨੇ ਆਪਣਾ ਵੋਟ, ਉਹਦੀ ਰਿਸਪੈਕਟ ਨਹੀਂ ਕਰੋਗੇ ਤੇ ਉੱਤੇ ਅੱਲਾ ਵੀ ਤੇ ਬੈਠੇ ਹੈ ਨਾ। ਫਿਰ ਅੱਜ ਵੇਖ ਲਓ ਅਸੀਂ ਕਿੱਥੇ ਖਲੋਤੇ ਹਾਂ, ਤੁਹਾਡੇ ਸਾਹਮਣੇ ਹੀ ਹਰ ਚੀਜ਼। ਨਵਾਬਜ਼ਾਦਾ ਸਾਹਿਬ ਇੱਕ ਅੰਨਾ ਸੀ ਤੇ ਉਹਦੇ ਸਾਹਮਣੇ 3 ਬੰਦੇ ਖਲੋਤੇ ਸਨ ਤੇ ਵਾਰੀਓ ਵਾਰੀ ਉਹਦੇ ਮੂੰਹ ਤੇ ਚੰਡਾ ਮਾਰਦੇ ਸਨ ਜੀ। ਉਹ ਪੁੱਛਦਾ ਸੀ ਕਿ ਕਿੰਨੇ ਚੰਡ ਮਾਰੀ ਹੈ। ਇੱਕ ਕਹਿੰਦਾ ਸੀ ਮੈਂ ਨਹੀਂ ਮਾਰੀ, ਦੂਜੇ ਨੇ ਮਾਰੀ। ਇਹ ਸਿਲਸਿਲਾ ਚੱਲਦਾ ਸੀ। ਇੱਕ ਤੇ ਐਕਸੈਪਟ ਨਹੀਂ ਸਨ ਕਰਦੇ, ਦੂਜਾ ਇੱਕ ਚਪੇੜ ਵੀ ਨਾਲ ਐਡ ਕਰਦੇ ਸਨ। ਤੁਹਾਡੇ ਖਿਆਲ ਦੇ ਵਿੱਚ ਸਾਡਾ ਮੁਲਕ ਜਿੱਥੇ ਅੱਜ ਪਹੁੰਚ ਗਿਆ ਹੈ, ਆਵਾਮ ਦੇ ਮੂੰਹ ਤੇ ਜਿਹੜੀਆਂ ਚਪੇੜਾਂ ਵੱਜ ਰਹੀਆਂ ਨੇ, ਇਹਦਾ ਹਕੀਕੀ ਜ਼ਿੰਮੇਦਾਰ ਕੌਣ ਹੈ? ਦੇਖੇ ਜੀ, ਜਿਹੜੀ ਪਿਛਲੀ 4 ਸਾਲ ਹਕੂਮਤ ਆਈ ਹੈ ਇਮਰਾਨ ਖਾਨ ਦੀ, ਇਮਰਾਨ ਖਾਨ ਨੇ ਉਹ 4 ਸਾਲ ਵੇਖੋ, ਤੁਸੀਂ ਇਲੈਕਸ਼ਨਾਂ ਵਿੱਚ ਪੋਲੀਟੀਕਲ ਸਟੰਟ ਮਾਰਦੇ ਹੋ, ਮੈਂ ਇਹਨੂੰ ਇਹ ਕਰ ਦਿਆਂਦਾ, ਮੈਂ ਉਹਨੂੰ ਉਹ ਕਰ ਦਿਆਂਦਾ, ਉਸ ਹੱਦ ਤੱਕ ਉਹ ਸਹੀ ਰਹਿੰਦਾ। ਜਿਸਲੇ ਤੁਸੀਂ ਇੱਕ ਪਾਇਲਟ ਦੀ ਸੀਟ ਤੇ ਬਹਿ ਜਾਂਦੇ ਹੋ, ਫਿਰ ਤੁਹਾਨੂੰ ਟੇਕ ਆਫ ਕਰਨੇ ਵਾਸਤੇ ਪੂਰੀ ਤਿਆਰੀ ਕਰਨੀ ਪੈਂਦੀ ਹੈ। ਅਗਰ ਤੁਹਾਡਾ ਧਿਆਨ ਹੀ ਫਿਰ ਵੀ ਗਾਲਾਂ ਦੀ ਤਰਫ ਹੋਵੇ, ਆਪੋਜੀਸ਼ਨ ਦੀ ਤਰਫ ਹੋਵੇ, ਔਰ ਤੁਸੀਂ ਅੰਦਰੂਨੀ ਔਰ ਬੈਰੂਨੀ ਤਲੁਕਾਤ ਤੁਹਾਡੇ ਖਰਾਬ ਕਰਨ ਲੱਗ ਪਵੋ, ਤੁਸੀਂ ਆਪਣੇ ਜਿਹੜੇ ਤੁਹਾਡੇ ਐਡਵਾਈਜ਼ਰ ਨੇ ਨਾਨ ਇਲੈਕਟਿਡ ਲੋਕ ਹੋਵਣ, ਤੇ ਉਹਦੀ ਵਜ੍ਹਾ ਨਾਲ ਜਿਹੜਾ ਮੁਲਕ ਦੀ ਅੱਜ ਇਕਨੋਮੀ ਹੈ ਉਹਦਾ ਸਾਫ਼-ਸਾਫ਼ ਜਿਹੜਾ ਜ਼ਿੰਮੇ ਜਾਂਦਾ ਉਹ ਇਮਰਾਨ ਖਾਨ ਨੂੰ ਜਾਂਦਾ ਹੈ ਕਿ ਉਹਨਾਂ ਨੂੰ ਆਰਟ ਹੀ ਨਹੀਂ ਹੈ ਕਿ ਸਿਆਸਤ ਇੱਕ ਆਰਟ ਹੈ। ਉਹਨਾਂ ਨੂੰ ਸਿਆਸਤ ਕਰਨੀ ਨਹੀਂ ਆਉਂਦੀ, ਉਹਨਾਂ ਨੂੰ ਮੁਲਕ ਦੀ ਇਕਨੋਮੀ ਠੀਕ ਕਰਨੀ ਨਹੀਂ ਆਉਂਦੀ। ਉਹ ਵਜ਼ੀਰ ਆਜ਼ਮ ਤੇ ਬਣ ਗਏ ਸਨ, ਲੇਕਿਨ ਹਰ ਚੀਜ਼ ਨੂੰ ਕ੍ਰਿਕਟ ਨਾਲ ਕੰਪੇਅਰ ਕਰਦੇ ਸਨ ਤੇ ਅੰਗਰੇਜ਼ੀ ਚਾਹੁੰਦੇ ਨੇ ਇਟਸ ਅ ਕੰਪਲੀਟ ਮੈਡਨੈਸ। ਕਿਆ ਇਲੈਕਸ਼ਨ ਵਕਤੋਂ ਪਹਿਲਾਂ ਹੋ ਜਾਏਗਾ? ਨਹੀਂ ਜੀ, ਐਸਟੈਬਲਿਸ਼ਮੈਂਟ ਨੇ ਇਹ ਫੈਸਲਾ ਕਰ ਲਿਆ ਹੈ ਕਿ ਅਸੀਂ ਆਇਨ ਦੇ ਅੰਦਰ ਰਹਿੰਦੇ ਹੋਏ ਅਸੀਂ ਆਪਣੀ ਕਨਸਟੀਟਿਊਸ਼ਨਲ ਜਿਹੜੇ ਸਾਡੇ ਆਬਲੀਗੇਸ਼ਨਸ ਨੇ ਉਹਨਾਂ ਨੂੰ ਅਸੀਂ ਫੁੱਲਫਿਲ ਕਰਾਂਗੇ। ਔਰ ਜੋ ਮੌਜੂਦਾ ਹਕੂਮਤ ਹੈ ਜਾਂ ਆਇੰਦਾ ਵੀ ਜਿਹੜੀ ਆਉਣੇ ਵਾਲੀ ਹਕੂਮਤ ਹੋਵੇਗੀ, ਅਸੀਂ ਉਹਨਾਂ ਨੂੰ ਕਨਸਟੀਟਿਊਸ਼ਨ ਦੇ ਅੰਦਰ ਰਹਿੰਦੇ ਹੋਏ ਸਪੋਰਟ ਕਰਾਂਗੇ। ਔਰ ਐਸਟੈਬਲਿਸ਼ਮੈਂਟ ਨੇ ਦੀ ਇੱਕ ਇੰਸਟੀਟਿਊਸ਼ਨਲ ਪਾਲਿਸੀ ਬਣ ਗਈ ਹੈ ਜਿਹੜੀ ਪਹਿਲੇ ਕਦੀ ਵੀ ਨਹੀਂ ਸੀ ਕਿ ਆਰਮੀ ਐਜ਼ ਅਦਾਰਾ ਕਦੀ ਵੀ ਹੁਣ ਪੋਲਿਟਿਕਸ ਵਿੱਚ ਇਨਵੋਲਵਮੈਂਟ ਨਹੀਂ ਕਰੇਗਾ, ਕਿਸੇ ਵੀ ਪੋਲੀਟੀਕਲ ਪਾਰਟੀ ਨੂੰ ਐਂਟਰਟੇਨ ਨਹੀਂ ਕਰੇਗਾ, ਕਿਸੇ ਵੀ ਪੋਲੀਟੀਕਲ ਪਾਰਟੀ ਨੂੰ। ਔਰ ਹੁਣ ਉਹਨਾਂ ਨੇ ਇਮਰਾਨ ਖਾਨ ਨੂੰ ਸਾਫ਼-ਸਾਫ਼ ਕਹਿ ਛੜਿਆ, ਜਿਸ ਤਰ੍ਹਾਂ ਕਿ ਸਾਡੇ ਕੋਲ ਆਮਣੇ ਦੀ ਜ਼ਰੂਰਤ ਨਹੀਂ, ਤੁਹਾਡੇ ਕੋਲ ਅਦਾਲਤਾਂ ਨੇ, ਅਦਾਲਤਾਂ ਨਾਲ ਰਜੂ ਕਰੋ, ਆਪਣਾ ਕੇਸ ਉੱਥੇ ਲੜੋ। ਅਗਰ ਤੁਸੀਂ ਆਂਦੇ ਹੋ ਕਿ ਅਸੀਂ ਤੁਹਾਨੂੰ ਰੈਸਕਿਊ ਕਰਨ ਵਾਸਤੇ ਆਵਣਦੇ ਤੇ ਇਹ ਮੁਮਕਿਨ ਨਹੀਂ, ਔਰ ਨਾ ਖੁਦ ਅੰਬੈਰਸ ਹੋਵੋ ਨਾ ਸਾਨੂੰ ਅੰਬੈਰਸ ਕਰੋ। मलिक असद अवान साहब कह रहे ने रहनुमा मुस्लिम लीग काफ और सबक रहनुमा पाकिस्तान मुस्लिम लीग नून NA 68 में एक भी नजरियाती नून लीगी अब नवाबजादा खानदान के साथ नहीं। थाना कड़ियावाला टांडा जलालपुर जट्टा से ये हकीकत है। 2013 में नवाबजादगान की जीत में इन नून लीगी कारकुनान का हाथ था इनकी जीत में। 2013 ਵਾਲੇ ਇਲੈਕਸ਼ਨ ਦੇ ਵਿੱਚ ਤੁਹਾਡੇ ਨੂਨ ਲੀਗੀ ਜਿਹੜੇ ਕਾਰਕੁਨਾਨ ਸਨ ਉਹਨਾਂ ਨੇ ਦੂਸਰੀ ਪਾਰਟੀ ਨੂੰ ਜਿਤਾਇਆ, ਇਹ ਕਹਿ ਰਹੇ। ਮੈਂ ਤਾਂ ਬਹੁਤ ਅੱਛਾ ਤੁਹਾਨੂੰ ਜਵਾਬ ਦੇਣਾ, ਕਿਉਂਕਿ ਤੁਹਾਨੂੰ ਪਤਾ ਹੈ ਤੁਸੀਂ ਵੀ ਗੁਜਰਾਤ ਤੋਂ ਤਾਲੁਕ ਰੱਖਦੇ ਹੋ। ਜਿਸ ਤਰ੍ਹਾਂ ਸਾਡੇ ਗੁਜਰਾਤ ਦੀ ਸਿਆਸਤ ਹੈ, ਜਦੋਂ ਚੌਧਰੀ ਨੂਨ ਵਿੱਚ ਸਾਂ ਅਸੀਂ ਪੀਪਲਸ ਪਾਰਟੀ ਸਾਂ, ਇਹ ਤੇ ਇੱਕ ਹਿਸਟਰੀ ਦਾ ਰਿਕਾਰਡਡ ਹਿੱਸਾ ਹੈ ਨਾ, ਉਹਨੂੰ ਤੇ ਅਸੀਂ ਮੈਂ ਤਬਦੀਲ ਨਹੀਂ ਕਰ ਸਕਦਾ। ਫਿਰ ਅਸੀਂ ਪੀਪਲਸ ਪਾਰਟੀ ਚ ਸਾਂ ਤੇ ਉਹ ਨੂਨ ਵਿੱਚ ਸਨ। ਜਦੋਂ ਉਹ ਨੂਨ ਵਿੱਚ ਆਏ ਅਸੀਂ ਸੌਰੀ ਉਹ ਜਦੋਂ ਕਾਫ ਵਿੱਚ ਬਣੀ ਅਸੀਂ ਨੂਨ ਵਿੱਚ ਆਏ। ਤੇ ਬੇਸਿਕਲੀ ਜਦੋਂ ਪੀਪਲਸ ਪਾਰਟੀ ਦਾ ਜਦੋਂ ਇਹਨਾਂ ਕਾਫ ਲੀਗ ਬਣਾਈ ਔਰ ਜਦੋਂ ਪੀਪਲਸ ਪਾਰਟੀ ਦਾ ਵੀ ਕੈਂਡੀਡੇਟ ਸੀ ਤੇ ਉਸ ਵੇਲੇ ਪੀਪਲਸ ਪਾਰਟੀ ਨੇ 5000 ਵੋਟ ਲਏ
ਜਦੋਂ ਅਸੀਂ ਪੀਪਲਸ ਪਾਰਟੀ 'ਚ ਸਾਂ ਤੇ ਸਾਨੂੰ 85,000 ਵੋਟ ਪਏ। ਜਦੋਂ ਅਸੀਂ ਪੀਪਲਸ ਪਾਰਟੀ ਸਾਂ ਤੇ ਨੂਨ ਲੀਗ ਨੂੰ ਉਸ ਹਲਕੇ ਵਿੱਚੋਂ 3000 ਵੋਟ ਪਿਆ ਔਰ ਸਾਨੂੰ 87,000 ਵੋਟ ਪਿਆ। ਇਸ ਹਲਕੇ ਦੀ ਸਿਆਸਤ ਧੜੇਬਾਜ਼ੀ ਔਰ ਇੱਕ ਆਪਣਾ ਫੈਮਿਲੀ ਓਰੀਐਂਟਡ ਕਿਸਮ ਦੀ ਪੋਲਿਟਿਕਸ ਹੈ। ਇਹਦੇ ਵਿੱਚ ਪਾਰਟੀ ਦਾ ਲੋਗੋ ਠੀਕ ਹੈ, ਇੱਕ ਨੈਸ਼ਨਲ ਲੈਵਲ ਤੇ ਰਿਪਰੈਜ਼ੈਂਟੇਸ਼ਨ ਕਰਦਾ ਹੈ, ਲੇਕਿਨ ਲੋਕਲ ਲੈਵਲ ਤੇ ਫੈਮਿਲੀ ਮੈਟਰਸ। ਨਵਾਜ਼ਾ ਸਾਹਿਬ, ਇੱਕ ਤਾਸਰ ਹੈ ਵੀ ਇਹ ਆਵਾਮ ਦੇ ਵਿੱਚ ਜਦੋਂ ਤੱਕ ਤੁਹਾਡਾ ਖਾਨਦਾਨ ਪਾਕਿਸਤਾਨ ਪੀਪਲ ਪਾਰਟੀ ਦੇ ਨਾਲ ਮੁੰਸਲਿਕ ਰਿਹਾ, ਆਵਾਮ ਹੈ ਜਿਹੜੀ ਪੂਜਦੀ ਸੀ ਤੁਹਾਡੇ ਖਾਨਦਾਨ ਨੂੰ, ਬਹੁਤ ਜ਼ਿਆਦਾ ਰਿਸਪੈਕਟ ਸੀ। ਜਦੋਂ ਦੀ ਪਾਰਟੀ ਚੇਂਜ ਕੀਤੀ ਹੈ, ਨੂਨ ਲੀਗ ਚਾਹੇ ਉਹ ਗੱਲ ਨਹੀਂ ਰਹੀ। ਮੈਂ ਇਸ ਚੀਜ਼ ਤੋਂ ਬੜੇ ਅਦਬ ਨਾਲ ਤੁਹਾਡੇ ਨਾਲ ਡਿਸਐਗਰੀ ਕਰਨਾ, ਬਹੁਤ ਇਤਰਾਮ ਨਾਲ। ਜਦੋਂ ਚੌਧਰੀ ਚਲੇ ਗਏ, ਪੀਪਲਸ ਪਾਰਟੀ ਨੇ ਚੌਧਰੀਆਂ ਨੂੰ, ਪਰਵੇਜ਼ ਇਲਾਹੀ ਨੂੰ ਡਿਪਟੀ ਪ੍ਰਾਈਮ ਮਿਨਿਸਟਰ ਬਣਾ ਛੜਿਆ ਸੀ, ਤੇ ਸਾਡੇ ਹਲਕੇ ਦੇ ਲੋਕਾਂ ਦਾ ਗੁੱਸਾ ਸੀ ਕਿ ਤੁਸੀਂ ਇਸ ਪਾਰਟੀ ਨੂੰ ਛੱਡੋ। ਸਾਡਾ ਇਹ ਫੈਸਲਾ ਨਹੀਂ ਸੀ, ਲੋਕ ਸਾਡੇ ਕੋਲ ਆਏ ਸਨ, ਲੋਕਾਂ ਨੇ ਕਿਹਾ ਸੀ ਜੀ ਹੁਣ ਇੱਕ ਸੈਕਿੰਡ ਨਹੀਂ ਰਹਿਣਾ। ਪੰਜਾਬੀ ਦੀ ਇੱਕ ਮੈਂ ਤੁਹਾਨੂੰ ਮਿਸਾਲ ਦੇਣਾ, ਮੈਨੂੰ ਵੀ ਥੋੜੀ ਬਹੁਤ ਪਤਾ ਨੇ। ਤੁਹਾਡੇ ਦੋਸਤ ਸੱਜਣ ਹੋਵਣ ਨਾ, ਅਗਰ ਉਹ ਤੁਹਾਡੇ ਮੁਖਾਲਫਾਂ ਨੂੰ ਕਿਧਰੇ ਬੱਸ ਸਟਾਪ ਤੇ ਜਾਂ ਕਿਸੇ ਜਗ੍ਹਾ ਪਬਲਿਕ ਪਲੇਸ ਤੇ ਮਿਲਣ, ਹੈਲੋ ਆਏ ਕਰ ਲੈਣ, ਤੇ ਤੁਸੀਂ ਮਾਈਂਡ ਨਹੀਂ ਕਰੋਗੇ, ਕਹੋ ਜੀ ਐਕਸੀਡੈਂਟਲੀ ਮੁਲਾਕਾਤ ਹੋ ਗਈ ਹੈ। ਲੇਕਿਨ ਅਗਰ ਤੁਹਾਡੇ ਜਿਹੜੇ ਦੋਸਤ ਨੇ, ਤੁਹਾਡੇ ਜਿਹੜੇ ਸੱਜਣ ਨੇ, ਉਹ ਅਗਰ ਤੁਹਾਡੇ ਦੁਸ਼ਮਣਾਂ ਦੇ ਘਰ ਟੁਰ ਜਾਣ, ਫਿਰ ਤੇ ਹਰ ਚੀਜ਼ ਖਤਮ ਨਾ, ਐਂਡ ਆਫ ਇਟ। ਠੀਕ ਹੈ, ਇਹੀ ਚੀਜ਼ ਹੋਈ ਹੈ। बाकी चौधरी रियाज रहमान चेची साहब ने भी यही सवाल पूछा सी नून लीग में आने की वजह क्या है, तुसी दस दी ऑलरेडी। चौधरी जावेद आजम साहब अमरीका तो फहरे बगरांवाला कह रहे हैं, क्या अगर कोई अवामी व सियासी रहनुमा अगर अपने घर या अपने खानदान में इतफाक ना रख सके तो अवाम के मसाइल कैसे हल कर सकते हैं? इतफाक है जी, फैमिली पूरी नवाबजादा फैमिली है ਜਿਹੜੀ ਔਨ ਬੋਰਡ ਹੈ। ਔਰ ਜਿੱਥੇ ਤੱਕ ਤੁਸੀਂ ਪਹਿਲੇ ਤਾਹਿਰ ਦਾ ਜ਼ਿਕਰ ਕੀਤਾ ਸੀ, ਉਹ ਡਿਸਕੁਆਲੀਫਾਈਡ ਹੈ। ਅਸੀਂ ਉਹਦੇ ਚ ਉਹਨੂੰ ਗੁਲ ਸਾਹਿਬ ਨੇ ਤੇ ਨਹੀਂ ਕਿਹਾ ਸੀ ਕਿ ਤੂੰ ਆਪਣੇ ਜਿਹੜਾ ਐਜੂਕੇਸ਼ਨ ਰਿਕਾਰਡ ਹੈ ਉਹਨੂੰ ਫੇਕ ਬਣਾ। ਸਾਡੀ ਤੇ ਫੈਮਿਲੀ ਔਨ ਬੋਰਡ ਹੈ ਔਰ ਅਸੀਂ ਬਿਲਕੁਲ ਸਾਡੇ ਵਿੱਚ ਡਿਸਪਲਿਨ ਨੇ ਔਰ ਅਸੀਂ ਇੱਕ ਪੇਜ ਤੇ ਹਾਂ। ਨਵਾਬਜ਼ਾਦਾ ਫੈਮਿਲੀ ਤੋਂ ਮੁਰਾਦ ਹੈ ਨਵਾਬਜ਼ਾਦਾ, ਤਾਹਿਰੁਲ ਮੁਲਕ ਨਵਾਬਜ਼ਾਦਾ ਨਹੀਂ ਹੈ। ਉਹ ਜਿਹੜੀ ਨਸਲ ਹੈ ਉਹ ਵਾਲਿਦ ਤੋਂ ਪਛਾੜੀ ਜਾਂਦੀ ਹੈ। ਉਹ ਚੌਧਰੀ ਤਾਹਿਰੁਲ ਮੁਲਕ ਨੇ, ਉਹ ਚੌਧਰੀ ਰੌਫੁਲ ਮੁਲਕ ਦੇ ਬੇਟੇ ਨੇ, ਅੱਲਾ ਉਹਨਾਂ ਨੂੰ ਜन्नत ਨਸੀਬ ਕਰੇ। ਜਿਹੜੇ ਰਾਣਾ ਸਨਾਉल्ला ਸਾਹਿਬ ਨੇ ਸ਼ੈਲ ਬਰਸਾਏ ਨੇ ਆਵਾਮ ਤੇ ਜੀ, ਕਿਆ ਸਹੀ ਕੀਤਾ ਜਾਂ ਗਲਤ ਕੀਤਾ? ਨਹੀਂ ਜੀ, ਗੱਲ ਇਹ ਕਿ ਅਗਰ ਤੁਸੀਂ ਗਵਰਨਮੈਂਟ ਦੀ ਰਿਟ ਨੂੰ ਚੈਲੰਜ ਕਰੋਗੇ ਔਰ ਤੁਸੀਂ ਓਪਨਲੀ ਥ੍ਰੈਟ ਕਰੋਗੇ ਔਰ ਇੰਟੈਲੀਜੈਂਸ ਜਿਹੜੀ ਕੰਕਰੀਟ ਕਿਸਮ ਦੀ ਇੰਟੈਲੀਜੈਂਸ ਰਿਪੋਰਟਸ ਨੇ, ਉਹਦੇ ਚ ਪਤਾ ਚੱਲਦਾ ਹੈ ਕਿ ਇਹ KPK ਤੋਂ ਇਹਨਾਂ ਨੇ ਉਹ ਪੁਲਿਸ ਦੇ ਜਿਹੜੇ ਸ਼ੈਲ ਨੇ, ਆਂਸੂ ਗੈਸ ਸ਼ੈਲ ਨੇ ਔਰ ਵਿਦ ਵੈਪਨਸ ਉਹ ਲੇਸ ਨੇ, ਤੇ ਗਵਰਨਮੈਂਟ ਨੂੰ ਆਪਣੀ ਪਾਵਰਸ ਨੂੰ ਐਕਸਰਸਾਈਜ਼ ਕਰਨਾ ਚਾਹੀਦਾ ਹੈ। ਕਿਉਂਕਿ ਇਮਰਾਨ ਖਾਨ ਇੰਤਸ਼ਾਰ ਫੈਲਾਉਣਾ ਚਾਹੁੰਦੇ ਸਨ। ਉਹਨਾਂ ਨੇ ਕੋਰਟ ਨੇ ਉਹਨਾਂ ਨੂੰ ਇਜਾਜ਼ਤ ਦਿੱਤੀ ਕਿ ਤੁਸੀਂ ਉੱਥੇ H9 ਵਿੱਚ ਚਲੇ ਜਾਓ। ਉਹਨਾਂ ਕਿਹਾ ਮੈਂ ਆਰਡਰ ਹੀ ਨਹੀਂ ਮੰਨਦਾ, ਮੈਂ ਡੀ ਚੌਕ ਵਿੱਚ ਜਾਣਾ। ਫਿਰ ਇਹਨਾਂ ਨੇ ਉੱਥੇ ਬਹਿ ਕੇ ਐਸਟੈਬਲਿਸ਼ਮੈਂਟ ਨੂੰ ਫੋਨ ਕੀਤਾ ਸੀ, ਕਿਉਂਕਿ ਮੇਰੇ ਵੀ ਦੋਸਤ ਨੇ ਜਿਹੜੀ ਮੇਰੀ ਉਮਰ ਦੇ ਲੋਕ ਨੇ, ਉਹ ਬ੍ਰਿਗੇਡੀਅਰ ਨੇ, ਉਹ ਕੁਝ 1-2 ਸਾਲ ਤੱਕ ਉਹ ਮੇਜਰ ਜਨਰਲ ਬਣਨ ਵਾਲੇ ਨੇ। ਮੇਰੇ ਵੀ ਕੁਝ ਰਾਬਤੇ ਹੈ ਨੇ ਜਿੱਥੇ ਤੱਕ ਨਾ ਚੀਜ਼ ਦੇ। ਬੇਸਿਕਲੀ ਐਸਟੈਬਲਿਸ਼ਮੈਂਟ ਨੇ ਕਿਹਾ ਸੀ ਕਿ ਸਾਨੂੰ ਬੌਦਰ ਕਰਨੇ ਦੀ ਜ਼ਰੂਰਤ ਨਹੀਂ, ਅਸੀਂ ਤੁਹਾਨੂੰ ਆਪਣਾ ਫੈਸਲਾ ਸੁਣਾ ਛੜਿਆ ਔਰ ਤੁਸੀਂ ਆਪਣੇ ਪੈਰਾਂ ਤੇ ਖੁਦ ਖੜੇ ਹੋਵੋ, ਆਪਣੀ ਇਹ ਸਿਆਸਤ ਤੇ ਆਪਣਾ ਖੇਡ ਖੇਡੋ, ਸਾਨੂੰ ਵਿੱਚ ਇਨਵੋਲਵ ਨਾ ਕਰੋ। ਅਸੀਂ ਤੁਹਾਨੂੰ ਕਿੰਨੀ ਵਾਰੀ ਦੱਸ ਚੁੱਕੇ ਹਾਂ ਕਿ ਸਾਡਾ ਸਿਆਸਤ ਨਾਲ ਕੋਈ ਤਾਲੁਕ ਨਹੀਂ। ਸਾਨੂੰ ਅੰਦਰੂਨੀ ਔਰ ਬੈਰੂਨੀ ਚੈਲੰਜਸ ਨੇ, ਅਸੀਂ ਉਹਦੇ ਚ ਮਸਰੂਫ ਹਾਂ। ਹਾਂ, ਅਦਾਰੇ ਦੀਆਂ ਪਹਿਲੇ ਜੋ ਗਲਤੀਆਂ ਸਨ ਉਹਨਾਂ ਨੂੰ ਉਹਨਾਂ ਐਕਨੋਲੇਜ ਕੀਤਾ। ਹੁਣ ਉਹਨਾਂ ਦੀ ਜਿਹੜੀ ਨਵੀਂ ਜਨਰੇਸ਼ਨ ਹੈ ਆਰਮ ਫੋਰਸਿਸ ਦੀ, ਉਹਨਾਂ ਦੀ ਇੱਕ ਆਪਣੀ ਸਟ੍ਰੈਟਜੀ ਹੈ, ਇੱਕ ਆਪਣੇ ਹੀ ਉਹਨਾਂ ਦਾ ਪੁਆਇੰਟ ਆਫ ਵਿਊ ਹੈ। ਤੁਹਾਨੂੰ ਕਿਹੜੇ ਕਿਹੜੇ ਕੰਮ ਦਾ ਠਰਕ, ਸ਼ੌਕ ਜਾਂ ਚਸਕਾ ਹੈ? ਸਿਆਸਤ ਦਾ ਜੀ। ਸਿਆਸਤ ਤੋਂ ਇਲਾਵਾ? ਸਿਆਸਤ ਤੋਂ ਇਲਾਵਾ ਟਰੈਵਲਿੰਗ ਦਾ, ਐਕਸਰਸਾਈਜ਼ ਦਾ ਜਿਹੜੀ ਮੈਂ ਡੇਲੀ ਕਰਨਾ।
पाकिस्तान किन्ने अरसे बाद जांदे हो? मैं हर साल जाना या कई बारी साल 2 दफा जाना। पाकिस्तान जाके क्या तुसी अपने वालिद दे नाल हलके च जांदे हो, अवामी मैं मसाइल दे बारे च जानकारी हासिल करदे हो मैं जदों इन्हां भी चीजां दे पाकिस्तान बारे? मैं जदों भी पाकिस्तान जाना मैं ਉਹਨਾਂ ਦੇ ਨਾਲ ਹੋਣਾ। मैं ते 1988 तो कैंपेन शुरू कर ਰਿਹਾ ਕਿ ਮੈਂ ਇਲੈਕਸ਼ਨਾਂ 'ਚ ਹਿੱਸਾ ਲੈ ਰਿਹਾ। ਮੇਰੀ ਹੁਣ ਏਜ ਹੈ 47। ਤੁਸੀਂ ਹੁਣ ਟੁਰ ਜਾਓ ਪਿੱਛੇ ਕੱਢ ਲਓ 1988 ਕਿੰਨੀ ਉਮਰ ਮੇਰੀ ਬਣਦੀ ਉਸ ਵਕਤ। ਮੈਂ ਮੇਰੇ ਖਿਆਲ ਉਸ ਵੇਲੇ 8ਵੀਂ ਚ ਪੜਦਾ ਸਾਂ ਐਚਐਸਐਨ ਕਾਲਜ, ਕਿਉਂਕਿ ਮੈਂ ਤੁਹਾਨੂੰ ਕਹਿ ਰਿਹਾ ਮੈਂ ਬੋਰਡਿੰਗ ਸਕੂਲ ਵਿੱਚ ਹੀ ਰਿਹਾ ਸਾਰੀ ਉਮਰ। ठीक है नवाब साहब, एक ये भी तासर है कि जदों दी पाकिस्तान मुस्लिम लीग नून ते दे इत्तेहादी हुकूमत च आए ने ते आके अपने केसेस खत्म कर रहे ने या अपने नाम ईसीएल च बाहर कढ रहे ने, अवामी मसाइल ते या महंगाई ते कंट्रोल ते तवज्जो नहीं दे रहे। ਮੈਂ ਇਸ ਚੀਜ਼ ਤੋਂ ਫਿਰ ਤੁਹਾਡੇ ਬਹੁਤ ਅਦਬ ਔਰ ਇਤਰਾਮ ਨਾਲ ਡਿਸਐਗਰੀ ਕਰਨਾ, ਕਿਉਂਕਿ ਤੁਹਾਨੂੰ ਪਤਾ ਹੈ ਕਿ ਅਦਾਲਤਾਂ ਇੰਡੀਪੈਂਡੈਂਟ ਨੇ, ਅਦਾਲਤਾਂ ਕਿਸੇ ਦੇ ਪ੍ਰੈਸ਼ਰ ਦੇ ਅੰਡਰ ਨਹੀਂ ਹੈ। ਔਰ ਈਸੀਐਲ ਤੇ ਜਿਹੜੇ ਨਾਂ ਹੈ ਸਨ ਉਹ ਇੱਕ ਕਿਸਮ ਦਾ ਪੋਲੀਟੀਕਲ ਰਿਵੈਂਜ ਲੈ ਰਿਹਾ ਸੀ ਇਮਰਾਨ ਖਾਨ। ਔਰ ਜੋ ਇਮਰਾਨ ਖਾਨ ਦੇ ਦੌਰੇ ਹਕੂਮਤ ਜਿਸ ਤਰ੍ਹਾਂ ਉਹਨੇ ਪੋਲੀਟੀਕਲ ਰਿਵੈਂਜ ਲਿਆ ਔਰ ਜਿਸ ਤਰ੍ਹਾਂ ਉਹਨਾਂ ਨੇ ਲੋਕਾਂ ਦੀ ਬੇਟੀਆਂ ਤੱਕ ਨੂੰ ਨਹੀਂ ਬਖਸ਼ਿਆ, ਜਿਸ ਤੇ ਉਹ ਔਰ ਜਿਸ ਤਰ੍ਹਾਂ ਉਹਨੇ ਪਿਛਲੇ ਦਿਨ ਸਾਡੀ ਭੈਣ ਨੂੰ ਮੈਂ ਇੱਕ ਤੁਹਾਨੂੰ ਹੋਰ ਮਜ਼ੇ ਦੀ ਗੱਲ ਸੁਣਾ ਕਿ ਮਰੀਮ ਨਵਾਜ਼ 28 ਅਕਤੂਬਰ ਵਿੱਚ ਪੈਦਾ ਹੋਈਆਂ ਨੇ 1973 ਵਿੱਚ ਤੇ ਮੈਂ 29 ਅਕਤੂਬਰ 1973 ਵਿੱਚ ਪੈਦਾ ਹੋਇਆ। ਤੇ ਮੈਂ ਜਦੋਂ ਮੀਆਂ ਸਾਹਿਬ ਨੂੰ ਦੱਸਿਆ ਸੀ ਤੇ ਬਹੁਤ ਖੁਸ਼ ਉਹਨਾਂ ਚਿਹਰੇ ਤੇ ਸਮਾਈਲ ਆਈ ਸੀ। ਸਾਡਾ ਸਟਾਰ ਵੀ ਕੋਈ ਇੱਕ ਸਕੋਰਪੀਅਨ। ਤੇ ਬਹਰਹਾਲ ਉਹ ਗੱਲ ਹੈ ਕਿ ਮੈਂ ਦੁਬਾਰਾ ਤੁਹਾਡੇ ਉਹਨੇ ਜਦ ਸਾਡੀ ਭੈਣ ਦੇ ਬਾਰੇ ਚ ਇੱਕ 70 ਸਾਲ ਦਾ ਜਿਹਦਾ ਉਹਦੇ ਬਾਪ ਦੀ ਉਮਰ ਦਾ ਜੋ ਉਹਨੇ ਅਲਫਾਜ਼ ਇਸਤੇਮਾਲ ਕੀਤੇ ਔਰ ਜੋ ਇਹਨਾਂ ਨੇ ਆਪਣੇ ਦੌਰੇ ਹਕੂਮਤ ਤੇ ਜ਼ੁਲਮ ਕੀਤਾ ਲੋਕਾਂ ਨਾਲ, ਫਿਰ ਕੋਈ ਚੀਜ਼ ਤੇ ਪ੍ਰੂਫ ਨਹੀਂ ਹੋ ਸਕਦੀ ਨਾ। ਕੋਈ ਪ੍ਰੂਫ ਨਹੀਂ ਹੋਈ। ਮੈਂ ਤੁਹਾਡੇ ਤੇ 100 ਇਲਜ਼ਾਮ ਹੈ ਨਾ, ਕੋਰਟ ਆਫ ਲਾਅ ਚ ਪ੍ਰੂਫ ਕਰੋ, ਉਹ ਨਹੀਂ ਹੋਇਆ। ਤੇ ਜਿਹੜੇ ਇਨਜਸਟਿਸਿਸ ਹੋਏ ਨੇ ਇਹਨਾਂ ਦੀ ਹਕੂਮਤ ਦੇ ਦੌਰਾਨ ਉਹਨਾਂ ਨੂੰ ਉਹ ਕਰ ਰਹੇ ਨੇ। ਬਾਕੀ ਅਗਰ ਉਹਨਾਂ ਨੂੰ ਕੋਈ ਪ੍ਰੋਬਲਮ ਹੈ ਕਿ ਅਸੀਂ ਹਕੂਮਤ ਗਲਤ ਕਰ ਰਹੀ ਹੈ ਤੇ ਕੋਰਟ ਆਫ ਲਾਅ ਹੈ ਉੱਥੇ ਜਾਣ। ਕੋਰਟ ਜਿਹੜੇ ਨੂਨ ਲੀਗ ਦੇ ਇਨਫਲੂਐਂਸ ਵਿੱਚ ਤੇ ਨਹੀਂ ਲੈਣ, ਨਾ ਕਿਸੇ ਪੋਲੀਟੀਕਲ ਪਾਰਟੀ ਦੇ ਇਨਫਲੂਐਂਸ ਵਿੱਚ ਨੇ। अदनान नवाज साहब कह रहे हैं, एक सवाल है, क्या कभी चौधरी बरादरान और नवाबजादा खानदान किसी दूसरे को भी इस इलाके में मौका देंगे या इन खानदानों के अलावा कोई इस काबिल ही नहीं? मैं फिर बोलना तमाम तर इकतदार तकबर अरूज मेरे ते तुहाडे परवरदिगार दा है और वो ही अपना फजल करदा है। ओदे फजल दे बगैर कोई चीज मुमकिन नहीं। ए मेरा और तुहाडा ईमान है। लोग मनु नहीं पता उन्हां दे, मैं खानदान दा कोई स्पोक्समैन नहीं हाँ, लेकिन एज फार एज मेरा जिहड़ा खानदान है ਉਹਨੂੰ ਅੱਲਾਹ ਤਾਲਾ ਨੇ ਰੱਖਿਆ ਔਰ ਇਸ ਚੀਜ਼ ਨੂੰ ਇਨਸ਼ਾਅੱਲਾ ਕੰਟੀਨਿਊ ਕਰੇਗਾ ਫॉर जनरेशंस टू कम। ठीक है, मोहम्मद आरिफ साहब, उमर हयात साहब, राजा इकबाल साहब, चौधरी रजी रहमान चेची साहब, दोस्तां दी एक वड्डी लिमिट है लिस्ट है ਜਿਹੜੀ ਤੁਹਾਡਾ ਪ੍ਰੋਗਰਾਮ ਵੇਖ ਰਹੀ ਹੈ ਔਰ ਕਮੈਂਟਸ ਵੀ ਕਰ ਰਹੀ ਹੈ। ਕੋਸ਼ਿਸ਼ ਕਰਾਂਗੇ ਇਹਨਾਂ ਸਾਰਿਆਂ ਦੇ ਸਵਾਲਾਤ ਪੜਨ ਦੀ। ਹਲਕੇ ਦੀ ਆਵਾਮ ਨੂੰ ਕੀ ਪੈਗਾਮ ਦੇਣਾ ਚਾਹੁੰਦੇ ਹੋ? किस लिहाज नाल? ओवरऑल जर्नली यू मीन? ओवरऑल हल्के ਦੀ ਆਵਾਮ ਨੂੰ ਲੈਟਸ ਸੇ ਕਿ ਅਗਰ ਆਵਾਮ ਡਿਸਅਪਾਇੰਟਡ ਹੈ ਕਿ ਜਿਹੜੇ ਸਾਡੇ ਇਲਾਕੇ ਦੇ ਹੁਕਮਰਾਨ ਨੇ ਜਿਹੜੀ ਵੀ ਪਾਰਟੀ ਦੇ ਨੇ ਸਾਰੇ ਕਹਿੰਦੇ ਨੇ ਅਸੀਂ ਤੁਹਾਡੇ ਦੁੱਖਾਂ ਦਾ ਦਰਦ ਦਾਰੂ ਲਿਆਵਾਂਗੇ, ਤੁਹਾਨੂੰ ਖੁਸ਼ਹਾਲ ਕਰਾਂਗੇ। ਉਹ ਲੋਕ ਜਿਹੜੇ ਡਿਸਅਪਾਇੰਟ ਨੇ, ਜਿਸ ਤਰ੍ਹਾਂ ਕਿ ਕੁਐਸਚਨ ਆਇਆ ਕਿ ਦੋਵਾਂ ਖਾਨਦਾਨਾਂ ਤੋਂ ਇਲਾਵਾ ਤੀਸਰੇ ਖਾਨਦਾਨ ਨੂੰ ਅੱਗੇ ਨਹੀਂ ਆਉਣ ਦਿੰਦੇ, ਉਹਨਾਂ ਨੂੰ ਕੀ ਤੁਸੀਂ ਪੈਗਾਮ ਦਿਓ? ਵੇਖੋ ਜੀ ਕਈ ਖਾਨਦਾਨ ਅੱਗੇ ਆਏ ਨੇ, ਜਿਸ ਤਰ੍ਹਾਂ ਸਰਵਿਸ ਇੰਡਸਟਰੀ ਵਾਲੇ, ਫਿਰ ਉਹ ਸ਼ਾਹ ਸਾਹਿਬਾਨ, ਫਿਰ ਮੁxtਲਿਫ ਜੋੜਾ ਸਾਹਿਬਾਨ, ਉਹ ਫਿਰ ਆਪਣੇ ਆਪ ਉਹ ਖਾਨਦਾਨ ਡਿਸਅਪੀਅਰਡ ਹੁੰਦੇ ਰਹੇ ਨੇ। ਜਿਹੜੀ ਓਰੀਜਨਲ ਜਿਹੜਾ ਇੱਕ ਪੋਲੀਟੀਕਲ ਇੰਸਟੀਟਿਊਸ਼ਨ ਹੈ ਗੁਜਰਾਤ ਦਾ ਓਰੀਜਨਲ, ਉਹ ਨਵਾਬ ਸਰ ਫਜ਼ਲ ਅਲੀ ਹੈ, ਉਹ ਉੱਥੇ ਹੀ ਹੈ। ਉਹ ਇਲੈਕਸ਼ਨ ਆ ਰਿਹਾ ਹੈ, ਜਿੱਤਿਆ, ਉਹਦੀ ਜਿਹੜੀ ਸਾਖਤ ਹੈ ਉਹ ਉੱਥੇ ਹੀ ਹੈ, ਉਹਦਾ ਉੱਥੇ ਹੀ ਖਲੋਤੀ ਹੈ। ਦੂਸਰਾ ਮੇਰਾ ਹਲਕੇ ਦੇ ਲੋਕਾਂ ਨੂੰ ਇਹ ਪੈਗਾਮ ਹੈ ਕਿ ਅਸੀਂ ਨਵਾਬਜ਼ਾਦਾ ਗਜ਼ਨਫਰ ਅਲੀ ਗੁਲ ਨੇ ਇਸ ਹਲਕੇ ਵਾਸਤੇ
ਆਪਣਾ ਖੂਨ ਆਪਣੀ ਜਾਨ ਮਾਲ ਦਿੱਤੀ ਹੈ। ਜੋ ਕੁਛ ਨਵਾਬਜ਼ਾਦਾ ਗਜ਼ਨਫਰ ਗੁਲ ਨੂੰ ਪਬਲਿਕ ਫੰਡਸ ਮਿਲਦੇ ਸਨ ਉਹ ਤੁਹਾਡੇ ਤੇ ਉਹਨਾਂ ਨੇ ਲਾਏ ਨੇ। ਇਹਦਾ ਇੱਕ ਸਬੂਤ ਹੈ, ਪ੍ਰੈਕਟੀਕਲੀ ਤੁਸੀਂ ਵੇਖ ਸਕਦੇ ਹੋ। ਕੋਈ ਵੀ ਸਿਆਸਤਦਾਨ ਜਿਹੜਾ ਪਾਕਿਸਤਾਨ ਦਾ ਹੈ ਉਹ ਪੂਰੀ ਆਵਾਮ ਦੇ ਮਸਾਇਲ ਹੱਲ ਨਹੀਂ ਕਰ ਸਕਦਾ। ਜਿੰਨਾ ਸਾਡੇ ਕੋਲੋਂ ਹੁੰਦਾ ਹੈ ਅਸੀਂ ਆਵਾਮ ਦੀ ਖਿਦਮਤ ਵਿੱਚ ਰਹਿੰਦੇ ਆ। ਮੇਰੇ ਵਾਲਿਦ ਸਾਹਿਬ 24 ਘੰਟੇ ਤੁਹਾਡੇ ਵਿੱਚ ਮੌਜੂਦ ਨੇ। ਜੋ ਵੀ ਤੁਹਾਡੇ ਮਸਲੇ ਮਸਾਇਲ ਨੇ ਉਹ ਅਸੀਂ ਕਰਨੇ ਆ ਔਰ ਸਾਨੂੰ ਫਖਰ ਹੈ ਕਿ ਅਸੀਂ ਤੁਹਾਡੀ ਨੁਮਾਇੰਦਗੀ ਕਰਨੇ ਔਰ ਸਾਨੂੰ ਆਪਣੇ ਹਲਕੇ ਦੀ ਆਵਾਮ ਨਾਲ ਬਹੁਤ ਜ਼ਿਆਦਾ ਪਿਆਰ ਔਰ ਮੁਹੱਬਤ ਹੈ। ਔਰ ਅਗਲੇ ਇਲੈਕਸ਼ਨ ਵਿੱਚ ਇਨਸ਼ਾਅੱਲਾ व ਤਾਲਾ ਅਸੀਂ ਸਾਰਿਆਂ ਨੇ ਮਿਲ ਕੇ ਫਤਹ ਹਾਸਿਲ ਕਰਨੀ ਹੈ। ਦੂਸਰੀ ਗੱਲ ਹੈ ਕਿ ਅਸੀਂ ਤੇ ਇਨਸਾਨ ਔਰ ਗੁਨਾਹਗਾਰ ਹਾਂ ਤੇ ਜਿਹੜੇ ਬੜੇ ਵਲੀ ਅੱਲਾ ਲੋਕ ਸਨ ਉਹ ਵੀ ਲੋਕਾਂ ਨੂੰ ਨਹੀਂ ਖੁਸ਼ ਕਰ ਸਕੇ ਤੇ ਅਸੀਂ ਤੇ ਫਿਰ ਬਹੁਤ ਹੀ ਗੁਨਾਹਗਾਰ ਲੋਕ ਹਾਂ। ਖੁਸ਼ ਤੇ ਨਹੀਂ ਲੇਕਿਨ ਸਾਡੀ ਪੂਰੀ ਕੋਸ਼ਿਸ਼ ਹੁੰਦੀ ਹੈ ਕਿ ਅਸੀਂ ਜੋ ਵੀ ਤੁਹਾਡੇ ਮਸਲੇ ਮਸਾਇਲ ਨੇ ਉਹ ਇਨਸ਼ਾਅੱਲਾ ਹੱਲ ਕਰਾਂਗੇ ਔਰ ਅੱਲਾਹ ਤਾਲਾ ਨੇ ਅਗਰ ਫਤਹ ਦਿੱਤੀ ਤੇ ਮੈਂ ਇਨਸ਼ਾਅੱਲਾ ਤਾਲਾ ਪੂਰੇ ਗੁਜਰਾਤ ਦੇ ਅਫੇਅਰਸ ਨੂੰ ਖੁਦ ਮੈਨੇਜ ਕਰਾਂਗਾ। ਜਿਹੜੇ ਤੁਸੀਂ ਰੈਫਰੈਂਸ ਦਿੱਤੇ ਨੇ ਜੋੜਾ ਸਾਹਿਬ ਜਾਂ ਸਰਵਿਸ ਇੰਡਸਟਰੀ ਵਾਲੇ ਜਾਂ ਸਾਦਾਤ ਬਰਾਦਰਾਨ, ਉਹ ਐਨਏ 68 ਦੇ ਵਿੱਚ ਨਹੀਂ ਆਉਂਦੇ ਜਾਂ ਨਹੀਂ ਮੈਂ ਇੱਕ ਓਵਰਆਲ ਸਰ ਇੱਕ ਓਵਰਆਲ ਪਿਕਚਰ ਦਿੱਤੀ ਹੈ। ਦੋਸਤ ਵੈਸੇ ਐਨਏ 68 ਦੀ ਗੱਲ ਕਰ ਰਹੇ ਸਨ। ਅੱਛਾ ਸੌਰੀ ਮੈਂ ਸਮਝਿਆ ਸ਼ਾਇਦ ਤੁਸੀਂ ਓਵਰਆਲ ਪੇ ਉਹ ਸਰ ਓਵਰਆਲ ਨਹੀਂ ਉਹ ਐਨਏ 68 ਵਿੱਚ ਹੋਰ ਆਜ਼ਾਦ ਉਮੀਦਵਾਰ ਵੀ ਖਲੋਂਦੇ ਨੇ। ਅਸੀਂ ਉਹਨਾਂ ਨੂੰ ਰੋਕਿਆ ਤੇ ਨਹੀਂ। ਕਈ ਤੁਸੀਂ ਪਿਛਲੇ ਰਿਜ਼ਲਟ ਪੜ੍ਹ ਲਓ ਉਹਦੇ ਚ ਕਿੰਨੇ ਲੋਕ ਖਲੋਤੇ ਨੇ। ਜਿਹਦਾ ਦਿਲ ਹੁੰਦਾ ਉਹ ਖਲੋਵੇ, ਉਹਦਾ ਡੈਮੋਕ੍ਰੈਟਿਕ ਰਾਈਟ ਹੈ, ਉਹਦਾ ਇੱਕ ਫੰਡਾਮੈਂਟਲ ਰਾਈਟ ਹੈ, ਉਹ ਖਲੋਵੇ। ਅਗਰ ਉਹਨੂੰ ਆਵਾਮ ਵੋਟ ਦਿੰਦੀ ਹੈ ਤੇ ਉਹ ਕਾਮਯਾਬ ਹੋਵੇ। ਅਸੀਂ ਉਹਦੇ ਰਾਜ ਕੋਈ ਰੁਕਾਵਟ ਤੇ ਨਹੀਂ ਆਣਾ। ठीक। नवाजा साहब चौधरी रजी रहमान चेची साहब कह रहे ने कि इनसे पूछें आपको आपके पक्के संगदड़े के लोग क्यों छोड़ गए? चौधरी अफजाल अकबर चेची, चौधरी मजहर तहसीलदार, चौधरी जमान मोटा डोगा, चौधरी अकरम अब्दुल हमीद भट्ट, चौधरी शान जफर हाजीवाला, चौधरी आसम इम्तियाज खानोवाल, चौधरी लियाकत पेरो शाह, मलिक असद अवान, चौधरी जुबैर टांडा। ਇਹ ਨਵਾਜ਼ਾ ਸਾਹਿਬ ਵੱਡੇ ਸੰਘ ਧੜਿਆਂ ਦੇ ਨਾਮ ਲੈ ਰਹੇ ਨੇ। ਕੀ ਵਜ੍ਹਾ ਹੈ ਜੀ? ਚੌਧਰੀ ਅਫਜ਼ਾਲ ਅਕਬਰ ਸਾਹਿਬ ਮੇਰੇ ਨਵਾਬ ਜਿੱਥੇ ਤੇ ਉਹ ਤਾਲੁਕ ਰੱਖਦੇ ਨੇ ਵੱਡੇ ਨਵਾਬ ਸਾਹਿਬ ਦੇ ਨਾਨਕੇ ਨੇ ਔਰ ਰਜ਼ੀ ਅਲੀ ਹੈ ਚੇਚੀ ਨੇ ਮੇਰੇ ਭਾਈ ਨੇ। ਬਹਰਹਾਲ ਠੀਕ ਹੈ ਉਹਨਾਂ ਦਾ ਆਪਣਾ ਇੱਕ ਪੁਆਇੰਟ ਆਫ ਸਿਆਸੀ ਪੁਆਇੰਟ ਆਫ ਵਿਊ ਹੈ, ਮੈਂ ਉਹਦਾ ਇਤਰਾਮ ਕਰਨਾ। ਔਰ ਇਹ ਨਵਾਬ ਸਾਹਿਬ ਦੇ ਸਾਰੇ ਨਾਨਕੇ ਨੇ ਇਹ ਚੇਚੀਆਂ ਵਾਲੇ ਤੇ ਸਾਡੇ ਵਾਸਤੇ ਬਹੁਤ ਕਾਬਲੇ ਇਤਰਾਮ ਨੇ। ਸਾਡੇ ਅੰਕਲ ਸਨ, ਅੱਲਾਹ ਤਾਲਾ ਉਹਨਾਂ ਨੂੰ ਜੰਨਤ ਫਿਰਦੌਸ ਵਿੱਚ ਜਗ੍ਹਾ ਦੇਵੇ, ਉਹਨਾਂ ਨੂੰ ਆਲਾ ਮਕਾਮ ਦੇਵੇ। ਬਾਕੀ ਵੀ ਸਾਡੇ ਜਿਹੜੇ ਉੱਥੇ ਚਾਚੂ ਸਾਹਿਬਾਨ ਹੈ ਨੇ ਬਾਕੀ ਸਾਰੇ ਹਾਂ ਪੋਲੀਟੀਕਲ ਮਿਸਟੇਕਸ ਹੋਈਆਂ ਨੇ 2013 ਤੋਂ 18 ਤੱਕ। ਇਸ ਚੀਜ਼ ਨੂੰ ਐਡਮਿਟ ਕਰਨਾ ਚਾਹੀਦਾ ਹੈ ਔਰ ਉਹਦੇ ਉੱਤੇ ਮੈਂ ਇੱਕ ਪੂਰਾ ਸੈਸ਼ਨ ਕੀਤਾ ਸੀ। ਆਪਣੇ ਜਿਹੜੇ ਮੇਰੇ ਵੀਡੀਓਜ਼ ਨੇ ਉਹਦੇ ਵਿੱਚ ਕਈ ਲੋਕਾਂ ਨੇ ਸੁਣਿਆ ਕਿ ਉਹਦੇ ਵਿੱਚ ਜੋ ਤਾਇਰੁਲ ਮੁਲਕ ਨੇ ਜਿਸ ਤਰ੍ਹਾਂ ਦਾ ਰੋਲ ਪਲੇ ਕੀਤਾ ਸੀ ਸਾਡੇ ਲੋਕਾਂ ਨੂੰ ਨਾਰਾਜ਼ ਕਰਨ ਦਾ, ਕਿਉਂਕਿ ਇੱਕ ਆਦਮੀ ਨੂੰ ਪਤਾ ਹੈ ਕਿ ਮੈਂ ਇਲੈਕਸ਼ਨ ਲੜ ਹੀ ਨਹੀਂ ਸਕਦਾ ਤੇ ਉਹ ਆਂਦਾ ਮੈਂ ਮੇਰਾ ਕੀ ਮੈਨੂੰ ਕਿਸੇ ਪਾਗਲ ਕੁੱਤੇ ਨੇ ਵੱਢਿਆ ਕਿ ਮੈਂ ਇਹਨਾਂ ਲੋਕਾਂ ਦੀ ਪ੍ਰੋਬਲਮਸ ਲਵਾਂ। ਤੇ ਜਿਸ ਤਰ੍ਹਾਂ ਲੋਕਾਂ ਨੂੰ ਉਹਨਾਂ ਨੇ ਖਰਾਬ ਕੀਤਾ 2013 ਵਿੱਚ ਉਹ ਤਾਂ ਫਿਰ ਸਾਰੀ ਗੱਲ ਹੈ। ਫਿਰ ਸਾਡੇ ਪਿਓ ਦਾਦੇ ਦੇ ਉਹ ਆਜੀ असगर साहब आजिया लाले, चौधरी असलम साहब, अल्लाह सारियां नू जन्नत फिरदौस जगह दे, तहसीलदार साहब, मजहर तहसीलदार साहब, बाकी तुसी जिन्ने भी नां लेने, लियाकत साहब, ਇਹ ਸਾਰੇ ਪਿਓ ਦਾਦਿਆਂ ਤੋਂ ਸਨ। ਇਹਨਾਂ ਨੂੰ ਜਿਹੜਾ ਖਰਾਬ ਕੀਤਾ ਗਿਆ ਉਹ ਤਾਇਰੁਲ ਮੁਲਕ ਨੇ ਕੀਤਾ ਔਰ ਉਹਦੀ ਉਹ ਅਸੀਂ ਕੋਸਟ ਭੁਗਤ ਰਹੇ ਹਾਂ ਐਜ਼ ਅ ਫੈਮਿਲੀ। ਲੇਕਿਨ ਇਨਸ਼ਾਅੱਲਾ व ਤਾਲਾ ਸਾਡੀ ਫੈਮਿਲੀ ਹੈ। ਸਿਆਸਤ ਵਿੱਚ ਕੋਈ ਚੀਜ਼ मतलब ਹੁੰਦੀ ਨਹੀਂ, ਫੁੱਲ ਸਟਾਪ ਨਹੀਂ ਹੁੰਦੀ। ਇਹ ਜਿਹੜੇ ਗੇ ਦੋਸਤ ਨੇ ਇਹਨਾਂ ਦਾ ਘਰ ਹੈ, ਜਦੋਂ ਚਾਹਣ ਹੈ ਮੋਸਟ ਵੈਲਕਮ ਨੇ, ਇਹਨਾਂ ਦਾ ਆਪਣਾ ਘਰ ਹੈ। ਜਦੋਂ ਵੀ ਤੁਸੀਂ ਮਾਸ਼ਾਅੱਲਾ ਪਾਕਿਸਤਾਨ ਦੇ ਵੱਡੇ ਸਿਆਸੀ ਖਾਨਦਾਨ ਦੇ ਚਸ਼ਮੋ ਚਿਰਾਗ ਹੋ ਔਰ ਵੱਡੀਆਂ ਹੀ ਖੂਬਸੂਰਤ ਗੱਲਾਂ ਕਰ ਰਹੇ ਹੋ। ਤਹਿਜ਼ੀਬੋ ਤਮੱਦਨ ਹੈ ਜਿਹੜਾ ਤੁਹਾਡੀਆਂ ਗੱਲਾਂ 'ਚੋਂ ਨਜ਼ਰ ਆ ਰਿਹਾ। ਜਿਸ ਤਹਮੁਲ ਮਜ਼ਾਜੀ ਦੇ ਨਾਲ ਤੁਸੀਂ ਗੁਫ਼ਤਗੂ ਕਰ ਰਹੇ ਹੋ, ਵੈਰੀ ਨਾਈਸ ਦੋਸਤ। ਤੁਹਾਡੇ ਕਾਫੀ ਜ਼ਿਆਦਾ ਕਮੈਂਟਸ ਵੀ ਕਰ ਰਹੇ ਨੇ
जिस तरह मोहम्मद अरशद सुबानी साहब, उमर खयाम साहब और मोहम्मद आरफ साहब, बाकी उस तो इलावा एक दोस्तां दी लंबी लिस्ट है। ये दसो कि अगर फ्यूचर तुसी पाकिस्तान च जाके अमली सियासत च हिस्सा लैंदे हो, MNA या MPA की बनन दे ख्वाहिश रखदे हो? जो मेरी फैमिली ਮੈਨੂੰ ਨੋਮੀਨੇਟ ਕਰੇਗੀ ਮੈਂ ਖੁਸ਼ੀ ਨਾਲ ਐਕਸੈਪਟ ਕਰਾਂਗਾ। ਮੈਨੂੰ ਕਿਸੇ ਚੀਜ਼ ਦੀ ਲਾਲਚ ਨਹੀਂ ਹੈ। ਮੇਨ ਗੱਲ ਹੈ ਕਿ ਆਵਾਮ ਦੀ ਖਿਦਮਤ ਕਰਨਾ, ਔਰ ਇਹਨਾਂ ਅਹੁਦਿਆਂ ਦੇ ਬਗੈਰ ਵੀ ਆਵਾਮ ਦੀ ਖਿਦਮਤ ਕੀਤੀ ਜਾ ਸਕਦੀ ਹੈ। ਮੈਨੂੰ ਜੋ ਮੇਰੀ ਫੈਮਿਲੀ ਮੇਰੇ ਵਾਸਤੇ ਡਿਸਾਈਡ ਕਰੇਗੀ ਮੈਂ ਉਹਦੇ ਤੇ ਲੱਬੈਕ ਕਵਾਂਗਾ ਇਨਸ਼ਾਅੱਲਾ। ਪੰਜਾਬੀ ਰਾਕਟ ਸਾਇੰਸ ਚੈਨਲ ਇਹਨਾਂ ਪੰਜਾਬੀਆਂ ਦੀ ਡੇਰੇਦਾਰੀ ਜਿੱਥੇ ਤੁਹਾਡੇ ਜੀਆਂ ਹਸਤੀਆਂ ਆਉਂਦੀਆਂ ਨੇ, ਸਾਡੇ ਇਲਮ 'ਚ ਇਜ਼ਾਫਾ ਕਰਦੀਆਂ ਨੇ, ਮਾਂ ਬੋਲੀ ਪੰਜਾਬੀ ਦਾ ਪ੍ਰਚਾਰ ਕੀਤਾ ਜਾਂਦਾ ਹੈ। ਇਹਨਾਂ ਪੰਜਾਬੀਆਂ ਦੀ ਇਸ ਕਾਵਿਸ਼ ਦੇ ਬਾਰੇ ਤੁਹਾਡੇ ਕੀ ਤਾਸਰਾਤ? ਕਿਸ ਤੁਹਾਡੇ ਚੈਨਲ ਦੇ ਬਾਰੇ ਵਿੱਚ? ਜੀ, ਜਿਹੜਾ ਪੰਜਾਬੀ 'ਚ ਅਸੀਂ ਗੁਫ਼ਤਗੂ ਕਰ ਰਹੇ ਹਾਂ। ਹਾਂ ਬਿਲਕੁਲ ਜੀ, ਇੱਕ ਬਹੁਤ ਅੱਛਾ ਪਲੇਟਫਾਰਮ ਹੈ ਜਿੱਥੋਂ ਤੁਸੀਂ ਪੂਰੇ ਜਿਹੜੇ ਗੁਜਰਾਤ ਜ਼ਿਲ੍ਹੇ ਗੁਜਰਾਤ ਤੋਂ ਇੰਗੇਜ ਕੀਤੇ ਹੈ, ਇੱਕ ਆਮ ਆਵਾਮ ਨੂੰ ਸਿਆਸਤਦਾਨਾਂ ਦੇ ਨਾਲ ਉਹਨਾਂ ਨਾਲ ਡਾਇਰੈਕਟਲੀ ਸਵਾਲਾਤ ਕਰਨ, ਉਹਨਾਂ ਨੂੰ ਉਹਨਾਂ ਦਾ ਇੱਕ ਵਿਜ਼ਨ ਤੁਸੀਂ ਇਨਹਾਂਸ ਕੀਤਾ ਹੈ, ਔਰ ਇਹ ਇੱਕ ਬਹੁਤ ਅੱਛਾ ਤੁਸੀਂ ਖਿਦਮਤ ਕਰ ਰਹੇ ਹੋ। ਔਰ ਜੋ ਮੈਨੂੰ ਉਹਦਾ ਉਰਦੂ ਵਿੱਚ ਤਰਜਮਾ ਨਹੀਂ ਆਉਂਦਾ, ਤੁਸੀਂ ਮਤਲਬ ਤਨਕੀਦ ਨਾਲ ਔਰ ਸਵਾਲਾਂ ਨਾਲ ਹੀ ਇਨਸਾਨ ਆਪਣੇ ਵਿੱਚ ਇੰਪਰੂਵਮੈਂਟ ਲਾਉਂਦਾ, ਔਰ ਮੈਂ ਸਮਝਦਾ ਮੈਂ ਤੁਹਾਨੂੰ ਦਾਦ ਦੇਣਾ ਔਰ ਮੈਂ ਤੁਹਾਨੂੰ ਬੈਕਅਪ ਕਰਨਾ ਕਿ ਤੁਸੀਂ ਬਹੁਤ ਹੀ ਅੱਛਾ ਕੰਮ ਕਰ ਰਹੇ ਹੋ, ਔਰ ਅੱਲਾਹ ਤਾਲਾ ਤੁਹਾਡੇ ਤੇ ਆਪਣੀਆਂ ਰਹਿਮਤਾਂ ਤੇ ਬਰਕਤਾਂ ਨਾਜ਼ਿਲ ਅਤਾ ਫਰਮਾਏ ਔਰ ਤੁਹਾਨੂੰ ਇਸ ਚੀਜ਼ ਦੇ ਉੱਤੇ ਹੋਰ ਜ਼ਿਆਦਾ ਮੋਟੀਵੇਟ ਕਰੇ ਕਿ ਤੁਸੀਂ ਆਵਾਮ ਦੀ ਖਿਦਮਤ ਕਰ ਸਕੋ। मोहम्मद आरिफ साहब कह रहे ने वी लव नवाबजादा फैमिली, और जोया मलिक साहबा कह रही हैं नवाबजादा साहब बहुत सुलझे हुए लग रहे हैं। मोहम्मद अफजल चौधरी अफजल महमूद साहब कह रहे हैं माशाल्लाह। नवाब साहब ये दसो कि तुसी कैम्ब्रिज तो ज्वाइन कीते है और यूनिवर्सिटी ऑफ कैम्ब्रिज दुनिया दे विच इस यूनिवर्सिटी नूं रिकग्नाइज किया जाता है, किंज साडे मुल्क पाकिस्तान दियां यूनिवर्सिटियां बेहतर हो सकदियां? मैं समझना जी कि यूनिवर्सिटीज ਦਾ ਜਿਹੜਾ ਇੱਕ ਐਕੈਡੈਮਿਕ ਹੈ, ਜਿਹੜਾ ਡਿਪਾਰਟਮੈਂਟ ਐਕੈਡੈਮਿਕ ਹੈ, ਉਹਨੂੰ ਇੰਪਰੂਵਮੈਂਟ ਕਰਨ ਦੀ ਜ਼ਰੂਰਤ ਹੈ। ਔਰ ਸਭ ਤੋਂ ਪਹਿਲੇ ਮੈਂ ਸਮਝਣਾ ਕਿ ਅਸੀਂ ਮੁਸਲਮਾਨ ਲੋਕ ਆ ਸਭ, ਔਰ ਰਸੂਲ ਪਾਕ ਸੱਲੱਲਾਹੁ ਅਲੈਹਿ ਵਸੱਲਮ ਦੇ ਉਮਤੀ ਔਰ ਗੁਲਾਮ ਆ। ਮੈਂ ਇਸ ਚੀਜ਼ ਦੇ ਉੱਤੇ ਬੜਾ ਜ਼ੋਰ ਦੇਣਾ ਕਿ ਕੁਰਾਨ ਜਿਹੜਾ ਕੁਰਾਨ ਮਜੀਦ ਹੈ ਉਹਨੂੰ ਪੂਰਾ ਉਰਦੂ ਨਾਲ ਪੜ੍ਹਾਇਆ ਜਾਏ, ਉਹਦੇ ਨਾਲ ਤੁਹਾਡੀ ਬਹੁਤ ਜ਼ਿਆਦਾ ਤੁਹਾਡੀ ਐਜੂਕੇਸ਼ਨ ਹੁੰਦੀ ਹੈ। ਔਰ ਸਾਡੇ ਲੋਕਾਂ ਵਿੱਚ ਜਿਹੜੀ ਤਾਲੀਮ ਹੈ, ਜਿਹੜੇ ਗਰੀਬ ਲੋਕ ਨਹੀਂ ਲੈ ਸਕਦੇ, ਉਹਨਾਂ ਤੱਕ ਅਗਰ ਤੁਸੀਂ ਤਾਲੀਮ ਫ੍ਰੀ ਕਰਦੇ ਹੋ ਅਪ ਟਿਲ BA, ਔਰ ਯੂਨੀਵਰਸਿਟੀਜ਼ ਨੂੰ ਗਵਰਨਮੈਂਟ ਫੁੱਲੀ ਫੰਡ ਕਰੇ, ਤੇ ਮੈਂ ਸਮਝਣਾ ਬਹੁਤ ਅੱਛਾ ਸਾਡਾ ਐਕੈਡੈਮਿਕ ਮਾਹੌਲ ਹੋ ਸਕਦਾ ਹੈ ਔਰ ਬਹੁਤ ਟੈਲੈਂਟ ਉਭਰ ਕੇ ਨਿਕਲ ਸਕਦਾ ਹੈ ਜਿਹੜਾ ਇਸ ਵਕਤ ਦੱਬੇ ਹੈ। ਅਗਰ ਉਹਨੂੰ ਫੈਸਿਲਿਟੀਜ਼ ਅਵੇਲੇਬਲ ਹੋਣ ਤੇ ਪਾਕਿਸਤਾਨ ਵਿੱਚ ਬਹੁਤ ਜ਼ਿਆਦਾ ਟੈਲੈਂਟ ਹੈ, ਔਰ ਇਨਸ਼ਾਅੱਲਾ ਤਾਲਾ ਆਉਣੇ ਵਾਲੇ ਵਕਤ ਵਿੱਚ ਇਹਦੇ ਤੇ ਐਜੂਕੇਸ਼ਨ ਤੇ ਹੈਲਥ ਤੇ ਸਾਡਾ ਮੇਨ ਫੋਕਸ ਹੋਵੇਗਾ। ਬਾਕੀ ਜਿਹੜੇ ਤਰੱਕੀਆਤੀ ਕੰਮ ਨੇ ਤੁਹਾਨੂੰ ਪਤਾ ਉਹ ਤੇ ਸੜਕਾਂ ਹੋ ਗਈਆਂ ਨੇ, ਲੇਕਿਨ ਜਿਹੜਾ ਮੇਨ ਫੋਕਸ ਹੈ, ਜਿਹੜਾ ਨਵਾਬ ਸਰ ਫਜ਼ਲ ਅਲੀ ਦਾ ਵਿਜ਼ਨ ਹੈ, ਵੇਖੋ ਨਾ 1920 ਵਿੱਚ ਜ਼ਿਮੀਦਾਰਾ ਡਿਗਰੀ ਕਾਲਜ, ਜ਼ਿਮੀਦਾਰਾ ਕੋਆਪਰੇਟਿਵ ਬੈਂਕ, ਜ਼ਿਮੀਦਾਰਾ ਸਾਇੰਸ ਡਿਗਰੀ ਕਾਲਜ, ਉਸ ਆਦਮੀ ਦਾ ਵਿਜ਼ਨ ਵੇਖੋ। ਮੈਂ ਜਦੋਂ ਐਚੀਸਨ ਕਾਲਜ ਪੜ੍ਹਦਾ ਸਾਂ, ਮੇਰੇ ਮੈਥਮੈਟਿਕਸ ਦੇ ਟੀਚਰ ਸਨ ਬਦਰ ਮੁਨੀਰ ਸਾਹਿਬ, ਉਹਨਾਂ ਨੇ ਮੇਰਾ ਨਾਂ ਲਿਆ ਤੇ ਉਹਨਾਂ ਨੇ ਕਿਹਾ ਕਿ ਆਪ ਤੁਸੀਂ ਕਿੱਥੋਂ ਤਾਲੁਕ ਰੱਖਦੇ ਹੋ, ਉਰਦੂ ਵਿੱਚ ਉਹਨਾਂ ਕਿਹਾ। ਮੈਂ ਕਿਹਾ ਜੀ ਮੈਂ ਗੁਜਰਾਤ ਤੋਂ। ਹਾਂ ਤੁਸੀਂ ਨਵਾਬ ਸਰ ਫਜ਼ਲ ਅਲੀ ਦੇ ਕੀ ਲੱਗਦੇ ਹੋ? ਮੈਂ ਕਿਹਾ ਜੀ ਮੈਂ ਉਹਨਾਂ ਦਾ ਪੋਤਰਾ, ਮੈਂ ਜ਼ਿਮੀਦਾਰਾ ਕਾਲਜ ਦਾ ਗ੍ਰੈਜੂਏਟ ਆ BA ਦਾ, ਔਰ ਉਹ ਬੰਦਾ ਆਕਸਫੋਰਡ ਤੋਂ ਮੈਥਮੈਟਿਕਸ ਦੀ ਡਿਗਰੀ ਉਹਨੇ ਲਈ ਸੀ। ਨਵਾਬਜ਼ਾਦਾ ਸਰ ਫਜ਼ਲ ਅਲੀ ਦੀ ਜਿਹੜੀ ਖਿਦਮਾਤ ਨੇ ਐਜੂਕੇਸ਼ਨ ਦੇ ਉੱਤੇ, ਉਹਦੀ ਤੇ ਫਿਰ ਤੁਹਾਨੂੰ ਪਤਾ ਹੈ ਪੂਰਾ ਗੁਜਰਾਤ ਉਹਦੀ ਮਿਸਾਲ ਦਿੰਦਾ। ਮੈਂ ਆਪਣੇ ਮੂੰਹ ਮੀਆਂ ਮਿੱਠੂ ਨਹੀਂ ਬਣਨਾ ਚਾਹੁੰਦਾ, ਲੇਕਿਨ ਯੈਸ ਅਗਰ ਸਾਡੀ ਹਕੂਮਤ ਅੱਗੇ ਆਈ, ਸਾਡਾ ਮੇਨ ਫੋਕਸ ਐਜੂਕੇਸ਼ਨ ਔਰ ਹੈਲਥ ਤੇ ਹੋਵੇਗਾ।
ਜਿਹੜਾ ਲੋਕਾਂ ਨੂੰ ਜ਼ਰੂਰੀ ਹੈ, ਬਹੁਤ ਜ਼ਰੂਰੀ। ਨਵਾਬਜ਼ਾਦ ਸਾਹਿਬ, ਇੰਡੀਅਨ ਇੱਕ ਰੀਸੈਂਟਲੀ ਬਹੁਤ ਵੱਡਾ ਸਿੰਗਰ ਪੰਜਾਬੀ ਜ਼ੁਬਾਨ ਦਾ ਸਿੱਧੂ ਮੂਸੇਵਾਲਾ, ਉਹਨੂੰ ਕਤਲ ਕਰ ਦਿੱਤਾ ਗਿਆ ਜੀ ਮੈਨੂੰ ਪਤਾ ਹੈ ਔਰ ਜੀ। ਕਿਹਾ ਜਾ ਰਿਹਾ ਕਿ ਉਹ ਜੈਲਸੀ ਜਾਂ ਅਸਦ ਬੁਗਜ਼ Of ਰੱਖ ਕੇ course। ਉਹਨਾਂ ਨੇ ਕੰਮ ਕੀਤਾ ਹੈ। ਕੀ ਵਜ੍ਹਾ ਸਾਡੀ ਜਿਹੜੀ ਏਸ਼ੀਅਨ ਕਮਿਊਨਿਟੀ ਹੈ, ਜਦੋਂ ਕੋਈ ਲੋਅਰ ਤਬਕੇ ਚੋਂ ਤਰੱਕੀ ਕਰਕੇ ਉੱਤੇ ਆਉਂਦਾ ਹੈ ਤੇ ਵੱਡੇ ਵਡੇਰੇ ਜਾਗੀਰਦਾਰ ਉਹਨੂੰ ਕਿਉਂ ਨਹੀਂ ਐਕਸੈਪਟ ਕਰਦੇ? ਕਿਉਂਕਿ ਤੁਹਾਨੂੰ ਪਤਾ ਹੈ ਇੰਡੀਆ ਵਿੱਚ ਤੇ ਜਾਗੀਰਦਾਰਾਂ ਦਾ ਕੋਈ ਸਿਸਟਮ ਨਹੀਂ ਹੈ, ਤੁਹਾਨੂੰ ਅੱਛੀ ਤਰ੍ਹਾਂ ਪਤਾ ਹੈ। ਸਾਡੇ ਸਿੱਧੂ ਮੂਸੇਵਾਲੇ ਦਾ ਬੜਾ ਅਫਸੋਸ ਹੋਇਆ, ਮੈਂ ਵੀ ਉਹਦਾ ਮਿਊਜ਼ਿਕ ਸੁਣਨਾ, ਤੇ ਉਹ ਬੇਸਿਕਲੀ ਉਹਦਾ ਅਫਸੋਸ ਜ਼ਰੂਰ ਹੋਇਆ, ਲੇਕਿਨ ਉਹਦੇ ਕੋਲੋਂ ਵੀ ਗਲਤੀ ਹੋਈ ਹੈ ਕਿ ਉਹ ਜਿਸ ਪ੍ਰੋਫੈਸ਼ਨ ਸੀ ਉਸ ਲਾਈਨ ਨੂੰ ਅਗਰ ਉਹ ਰੱਖਦਾ ਸਿੱਧਾ ਤੇ ਉਹ ਇਹਨਾਂ ਚੀਜ਼ਾਂ ਤੋਂ ਬਚ ਸਕਦਾ ਸੀ, ਜਿਸ ਲਈ ਉਹਨੇ ਮਿਊਜ਼ਿਕ ਔਰ ਪੋਲਿਟਿਕਸ ਨੂੰ ਨਵਾਬਜ਼ਾਦ ਸਾਹਿਬ, ਤੁਹਾਡੀ ਆਵਾਜ਼ ਨਹੀਂ ਆ ਰਹੀ ਵੀਡੀਓ ਹਾਂਜੀ ਹਾਂਜੀ। ਜਦੋਂ ਸਿੱਧੂ ਮੂਸੇਵਾਲਾ ਨੇ ਅਗਰ ਆਪਣੀ ਲਾਈਨ ਆਫ ਲੈਂਥ ਜਿਹੜੀ ਸੀ ਮਿਊਜ਼ਿਕ ਉਹਦੇ ਤੇ ਅਗਰ ਉਹ ਚੱਲਦੇ ਤੇ ਉਹ ਬਹੁਤ ਬਿਹਤਰ ਰਹਿੰਦੇ, ਲੇਕਿਨ ਜਦੋਂ ਉਹਨਾਂ ਨੇ ਪੋਲਿਟਿਕਸ ਔਰ ਮਿਊਜ਼ਿਕ ਨੂੰ ਮਿਕਸ ਕੀਤਾ ਤੇ ਅਨਫੋਰਚੂਨੇਟਲੀ ਉਹਦੇ ਨਤਾਇਜ ਨਿਕਲੇ ਨੇ। ਬਹਰਹਾਲ ਇਹ ਤੇ ਜ਼ਿੰਦਗੀ ਮੌਤ ਅੱਲਾ ਦੇ ਹੱਥ 'ਚ, ਇਨਸਾਨ ਨੇ ਕਿਸ ਤਰ੍ਹਾਂ ਮਰਨਾ ਹੈ, ਕਿੱਥੇ ਮਰਨਾ ਹੈ, ਕਿਸ ਵਜ੍ਹਾ ਨਾਲ ਮਰਨਾ ਉਹ ਤੇ ਰੱਬ ਹੈ, ਲੇਕਿਨ ਅਫਸੋਸ ਹੋਇਆ ਉਸ ਯੰਗ ਆਦਮੀ ਦਾ, ਬਹੁਤ ਅਫਸੋਸ ਹੋਇਆ। ਇੱਕ ਤਾਸਰ ਇਹ ਵੀ ਹੈ ਕਿ ਤੁਹਾਡੀ ਫੈਮਿਲੀ ਪੀਪੀ 28 ਦੇ ਵਿੱਚ ਆਪੋਜੀਸ਼ਨ 'ਚ ਵੀ ਹੈ ਔਰ ਹਕੂਮਤ ਦੇ ਵਿੱਚ ਵੀ ਹੈ, ਇਸ ਬਾਰੇ 'ਚ ਕੀ ਕਹੋਗੇ? ਕੀ ਰਾਕਟ ਸਾਇੰਸ ਆਪੋਜੀਸ਼ਨ ਵਿੱਚ ਕੌਣ ਹੈ? ਤੁਹਾਡੇ ਖਾਨਦਾਨ, ਜਿਸ ਤਰ੍ਹਾਂ ਕਿ ਕਿਹਾ ਜਾਂਦਾ ਨਵਾਬਜ਼ਾਦਾ ਖਾਨਦਾਨ ਦੋ ਧੜਿਆਂ ਦੇ ਵਿੱਚ ਤਕਸੀਮ ਹੋ ਗਿਆ ਸੀ, ਇੱਕ ਆਵਾਮ ਕਹਿੰਦੀ ਹੈ ਇਸ ਬਾਰੇ 'ਚ। ਨਹੀਂ, ਕਿਹੜਾ ਨਵਾਬਜ਼ਾਦਾ ਖਾਨਦਾਨ ਸਰ? ਨਵਾਬਜ਼ਾਦਾ ਖਾਨਦਾਨ ਨਵਾਬ ਸਰ ਫਜ਼ਲ ਅਲੀ ਤੇ ਉਹਦੀ ਔਲਾਦ ਹੈ, ਹੋਰ ਤੇ ਉੱਥੇ ਕੋਈ ਨਵਾਬਜ਼ਾਦਾ ਨਹੀਂ ਜੀ। ਠੀਕ ਹੈ ਨਵਾਬਜ਼ਾਦਾ ਸਾਹਿਬ, ਆਪਣਾ ਫਾਈਨਲ ਪੈਗਾਮ ਦਿਓ ਵੇਖਣ ਵਾਲਿਆਂ ਨੂੰ, ਪਾਕਿਸਤਾਨੀਆਂ ਨੂੰ, ਉਸ ਤੋਂ ਬਾਅਦ ਇਜਾਜ਼ਤ ਹੋਣੀ ਚਾਹੀਦੀ ਤੇ ਪ੍ਰੋਗਰਾਮ ਐਂਡ ਕਰਾਂ। ਮੈਂ ਆਪਣੀ ਗੁਜਰਾਤ NA68 ਗੁਜਰਾਤ ਔਰ ਪਾਕਿਸਤਾਨੀਆਂ ਨੂੰ ਇਹ ਕਹਿਣਾ ਕਿ ਸਾਨੂੰ ਆਪਣੀਆਂ ਸਫਾਂ 'ਚ ਇਤਿਹਾਦ ਰੱਖਣਾ ਚਾਹੀਦਾ ਹੈ, ਸਾਨੂੰ ਆਪਣੇ ਮੁਲਕ ਦੀ ਬਿਹਤਰੀ ਵਾਸਤੇ ਸੋਚਣਾ ਚਾਹੀਦਾ ਹੈ। ਅਸੀਂ ਉਹਨਾਂ ਲੋਕਾਂ ਨੂੰ ਵੋਟ ਦਈਏ ਜੋ ਵਾਕਈ ਨੁਮਾਇੰਦਗੀ ਦਾ ਹੱਕ ਰੱਖਦੇ ਨੇ। ਸਾਨੂੰ ਆਪਣੇ ਵੋਟ ਦੀ ਤਾਕਤ ਨੂੰ ਅੰਡਰਸਟੈਂਡ ਕਰਨਾ ਪੈਣਾ ਹੈ। ਸਾਨੂੰ ਜਿਹੜੇ ਸਾਡੇ ਬੁਨਿਆਦੀ ਹਕੂਕ ਨੇ ਉਹਨਾਂ ਨੂੰ ਅੰਡਰਸਟੈਂਡ ਕਰਨਾ ਪੈਣਾ ਹੈ। ਸਭ ਤੋਂ ਵੱਡੀ ਜੋ ਤਾਕਤ ਹੈ ਆਵਾਮ ਹੈ, ਔਰ ਅਗਰ ਆਵਾਮ ਅਗਰ ਆਪਣੀ ਤਾਕਤ ਨੂੰ ਐਕਸਰਸਾਈਜ਼ ਕਰੇਗੀ, ਉਹਦੇ ਨਾਲ ਜ਼ਿਲ੍ਹੇ, ਸੂਬੇ ਔਰ ਮੁਲਕ ਵਿੱਚ ਚੇਂਜਸ ਆਉਣਗੀਆਂ। ਔਰ ਅਗਰ ਅਸੀਂ ਇਹ ਆਪਣੇ ਵੋਟ ਦੀ ਤਾਕਤ ਨੂੰ ਸਹੀ ਇਸਤੇਮਾਲ ਨਹੀਂ ਕਰਾਂਦੇ ਤੇ ਉਹਦੇ ਨਾਲ ਜੋ ਬਰਬਾਦੀ ਹੋ ਰਹੀ ਉਹ ਤੁਹਾਡੇ ਸਾਹਮਣੇ ਨੇ। ਤੇ ਸਾਨੂੰ ਯੂਨਾਈਟ ਰਹਿਣਾ ਚਾਹੀਦਾ। ਸਭ ਤੋਂ ਪਹਿਲੇ ਅਸੀਂ ਪਾਕਿਸਤਾਨੀ ਆ, ਸਾਡੀ ਵਫਾਦਾਰੀ ਪਾਕਿਸਤਾਨ ਨਾਲ ਹੈ। ਉਹਦੇ ਬਾਅਦ ਜਿਹੜਾ ਵੋਟ ਹੈ ਉਹ ਤੁਹਾਡੀ ਅਮਾਨਤ ਹੈ, ਉਹਨੂੰ ਸਹੀ ਜਗ੍ਹਾ ਇਸਤੇਮਾਲ ਕਰੋ। ਵੋਟ ਦੀ ਵਜ੍ਹਾ ਨਾਲ ਹੀ ਮੁਲਕ ਦੇ ਹਾਲਾਤ ਵਾਕਿਆਤ ਬਿਹਤਰ ਹੁੰਦੇ ਨੇ। ਪੰਜਾਬ ਦੇ ਬੜੇ ਵੱਡੇ ਸ਼ਾਇਰ ਹੋਏ ਨੇ ਮੀਆਂ ਮੁਹੰਮਦ ਬਖਸ਼ ਸਾਹਿਬ, ਉਹਨਾਂ ਨੇ ਕਿਹਾ ਸੀ ਨੀਵਿਆਂ ਨਾਲ ਤੇ ਨਿਭ ਜਾਂਦੀ ਏ, ਜੇਕਰ ਆਪ ਨਿਭਾਈਏ, ਉੱਚਿਆਂ ਨਾਲ ਨਾ ਨਿਭੇ ਮੁਹੰਮਦ, ਜੇ ਕਸਰਾਂ ਨਾ ਖਾਈਏ। ਜੀ, ਇਤਫਾਕ ਕਰਦੇ ਹੋ ਮੀਆਂ ਸਾਹਿਬ ਦੀ ਗੱਲ ਦੇ ਨਾਲ? ਮੈਂ ਮੀਆਂ ਸਾਹਿਬ ਦੀ ਪੂਰੀ ਪੋਇਟਰੀ ਨਾਲ ਇਤਫਾਕ ਕਰਨਾ ਜਨਾਬ। ਤੁਸੀਂ ਕਦੇ ਕਸਰ ਖਾਧੀ ਹੈ ਜ਼ਿੰਦਗੀ 'ਚ? ਕਿਸੇ ਨੇ ਜ਼ਿਆਦਤੀ ਕੀਤੀ ਹੈ ਔਰ ਤੁਸੀਂ ਉਹਦਾ ਘਰ ਪੂਰਾ ਨਹੀਂ ਕੀਤਾ? ਮੇਰੇ ਨਾਲ ਅੱਲਾ ਫਜ਼ਲ ਦੇ ਕਰਮ ਨਾਲ ਮੇਰੇ ਨਾਲ ਕਿਸੇ ਨੇ ਜ਼ਿਆਦਤੀ ਨਹੀਂ ਕੀਤੀ। ਮੇਰੀ ਹਮੇਸ਼ਾ ਅੱਲਾਹ ਤਾਲਾ ਨੇ ਹਿਫਾਜ਼ਤ ਕੀਤੀ ਹੈ। ਮਾਸ਼ਾਅੱਲਾ। ਮੈਂ ਇਨਸਾਨੀਅਤ ਦੀ ਇੱਜ਼ਤ ਕਰਨਾ ਔਰ ਖਾਸ ਤੌਰ ਤੇ ਆਪਣੇ ਨਬੀ ਦੀ ਸੁਨਨਤ ਤੇ ਅਮਲ ਕਰਦੇ ਹੋਏ ਗਰੀਬਾਂ ਦੀ ਬਹੁਤ ਇੱਜ਼ਤ ਔਰ ਇਤਰਾਮ ਕਰਨਾ। ਨਵਾਬਜ਼ਾਦਾ ਸਾਹਿਬ, ਬਹੁਤ ਜ਼ਿਆਦਾ ਸ਼ੁਕਰੀਆ, ਤੁਸੀਂ ਟਾਈਮ ਕੱਢਿਆ ਸੀ, ਸਾਡੇ ਇਲਮ 'ਚ ਇਜ਼ਾਫਾ ਕੀਤਾ ਔਰ ਅੱਲਾਹ ਤਾਲਾ ਸਾਡੇ ਮੁਲਕ ਪਾਕਿਸਤਾਨ ਨੂੰ ਦਿਨ ਬ ਦਿਨ ਕਾਮਯਾਬ करे और पाकिस्तानियों जिंदाबाद। बहुत शुक्रिया सर, थैंक यू हाँ वेरी जी, मच। आखिर मैं कहना चाहना कि जिन्ने भी देखने वाले लोग ने उन्हों का बहुत शुक्रिया। तुसी एक ओपन क्वेश्चंस कीता, एक डिबेट हुई है, ਉਹਦੇ ਵਿੱਚ जैसे भी क्वेश्चन सन मैं अपने भाई ਨੂੰ ਦਾਤ ਦੇਣਾ ਕਿ ਉਹਨਾਂ ਓਪਨਲੀ ਉਹ ਕੁਐਸਚਨਸ ਰੱਖੇ ਨੇ। और आखिर ਵਿੱਚ फिर मैं फिर इस प्रोग्राम खत्म होने तो पहले कि पाक और अफजल है मेरा और आपका परवरदिगार हर उस चीज से जो मुशरिक बयान करते हैं
और दरूदो सलाम हो अल्लाह के प्यारा बंदा खास और आखिरी रसूल रहमतुल आलमीन सरकार दो आलम हजरत मोहम्मद सल्लल्लाहु अलैहि वसल्लम पर, और दरूदो सलाम हो हजरत इब्राहीम और उनकी आल पर। गुजरात के अवाम हमेशा के लिए जिंदाबाद, पाकिस्तान पाइंदाबाद। ਆਮੀਨ। ਬਹੁਤ ਸ਼ੁਕਰੀਆ। ਬਾਕੀ ਜਿਨ੍ਹਾਂ ਦੋਸਤਾਂ ਨੇ ਪ੍ਰੋਗਰਾਮ ਵੇਖਿਆ, ਲਾਈਕ ਕਮੈਂਟ ਕੀਤਾ, ਤੁਹਾਡਾ ਵੀ ਬਹੁਤ ਜ਼ਿਆਦਾ ਸ਼ੁਕਰੀਆ। ਕਿ ਲੰਮੀ ਲਿਸਟ ਸੀ, ਜਿਸ ਤਰ੍ਹਾਂ ਕਿ ਚੌਧਰੀ ਉਮੈਰ ਸਾਹਿਬ, ਮਾजिद गुज्जर साहब, चौधरी असलान सरवर गुज्जर, अली बेग, शफीकुर रहमान चौधरी, अदील गुज्जर, राव बाबर गुजरात, चौधरी बिशारत शाकिर, कासिम रजा, सईद अहमद चौधरी, अली गुज्जर, मोहम्मद शमून, फजल हक, राजा इकबाल चौधरी, सादत नवाज अजनाला चौधरी, अफजाल मोहम्मद, मलिक अमजद, जोया मलिक, मोइज गुज्जर, उमर खयात। ਦੋਸਤਾਂ ਦੀ ਇੱਕ ਬਹੁਤ ਵੱਡੀ ਲਿਸਟ ਹੈ ਜਿਹੜੀ ਪੂਰੀ ਦੁਨੀਆ ਤੋਂ ਬਹਿ ਕੇ ਤੁਹਾਡਾ ਪ੍ਰੋਗਰਾਮ ਵੇਖ ਰਹੀ ਹੈ। ਮੈਂ ਸਾਰਿਆਂ ਦੇ ਨਾਮ ਤੇ ਨਹੀਂ ਲੈ ਸਕਿਆ। ਬਹੁਤ ਬਹੁਤ ਸ਼ੁਕਰੀਆ, ਬਹੁਤ ਬਹੁਤ ਮੇਰੀ ਤਰਫ ਤੋਂ ਪਿਆਰ ਮੁਹੱਬਤ। ਸਾਡੇ ਜਿੰਨੇ ਵੀ ਲੋਕ ਨੇ, ਕੁਝ ਸਾਡੇ ਸਾਥੀ ਨੇ, ਕੁਝ ਸਿਆਸੀ ਇਖਤਲਾਫਾਤ ਨੇ, ਅਸੀਂ ਗੁਜਰਾਤ ਦੇ ਰਹਿਣੇ ਵਾਲੇ ਹਾਂ, ਅਸੀਂ ਇੱਕ ਫੈਮਿਲੀ ਹਾਂ। ਸਾਨੂੰ ਯੂਨਾਈਟ ਰਹਿਣਾ ਚਾਹੀਦਾ ਹੈ ਗੁਜਰਾਤ ਦੀ ਇੱਜ਼ਤ ਵਾਸਤੇ। ਔਰ ਇਨਸ਼ਾਅੱਲਾ ਤਾਲਾ मेरा सारियां नू प्यार मोहब्बत, और तुसी जिथे रहो अल्लाह ताला तुहानू अपने हिफ्ज़ो अमान और अल्लाह ताला तुहाडे ते अपनी रहमतां और बरकतां नाज़िल अता फरमाए। आमीन। बहुत शुक्रिया सर, थैंक यू वेरी मच। पाकिस्तान जिंदाबाद। थैंक यू एवरीवन। थैंक यू। पंजाबी रॉकेट साइंस चैनल दे जरिए डायरेक्ट देख रहे ने कि सानू मखलूके खुदा नू नाल लेके चलना चाहिए, जेडे पिछे रह गए ने उन्हां दा हत्थ फड़ के खिंचना चाहिए। माशाअल्लाह तुसी बहुत ही अच्छा प्रोग्राम कंडक्ट कीता है। इलेक्ट्रॉनिक मीडिया ते जान दा अक्सर इतफाक हुंदा रहिंदा है, लेकिन जेड़ा अज मजा आंदा है ये बड़ी खिदमत है सारी दुनिया उत्ते। अज मैं सुनिया गया, मैं तुहाडे ते जवाब नहीं दे किधरे मैं अड़किया भी नहीं, मैं सोचिया भी नहीं। और प्रदेशां च बैठ के तुसी अपनी ज़बान नाल, अपने सूबे नाल, अपने मुल्क नाल तुसी मोहब्बत करदे हो। तुहाडी पंजाबी रॉकेट साइंस, तुहाडी डेरेदारी, तुहाडी वज़ादारी। इस मुल्क दे विच मज़हब, इस मुल्क विच सियासत चुटकलियां दा नाम, सिर्फ वफादार दी सियासत। फंड आंदे ने उन्हां दी परसेंटेज निकली है, आवे दा आवा विगड़े आ। ते अज कल दे फिर खुसरे भी ते उस हिसाब ने चावा बरदा है, खुसरिया की नचना थोड़ा मुश्किल जा कर देता है। लोकी तुहाडा स्टेटस देख के तुहाडी इज्जत। सियासतदान अपना काम करन ते अदारे अपना काम करन। आज मुकाबला भावे कोई भी हो, मुकाबला होंदा कि एम्प्टी वेजल्स मेक मच नाइसेस। ਇਹ ਉਦੋਂ ਹੀ ਮਰਹੂਮੀ ਜਿਹੜੀ ਹਲਕੇ ਦੀ ਆਵਾਮ ਦੀ ਦੂਰ ਹੋਣੀ ਹੈ ਜਦੋਂ ਹਕੀਕੀ ਨੁਮਾਇੰਦਾ ਉਹਨਾਂ ਦੇ ਵਿੱਚੋਂ ਉੱਠ ਕੇ ਆਵੇਗਾ। बदमाश लुच्चे लफंगे वडेरे ਨੂੰ ਸਪੋਰਟ ਕੀਤਾ ਤੇ ਮੈਂ ਕੋਸ਼ਿਸ਼ ਕਰਨਾ ਉਹਨਾਂ ਦੇ ਮਸਾਇਲ ਹੱਲ ਕਰ। पाकिस्तान की तालमियत ही साडी बका है। बाबू कन्नड़ मेरे को बाहर की तक शांत नहीं है। मुशावरत करनी चाहिए। मैं जिंदे दा पकाना विच कोई जानदा, भिंडियां बनाना विच कोई जानदा। ਪੜ੍ਹ ਕੇ ਆਪਣੀ ਜਗ੍ਹਾ ਆਪਣੇ ਮੁਲਕ ਦੇ ਵਿੱਚ ਬਣਾਣੀ। अल्लाह ताला साहब दे नाल असीं आप कंधे नाल कंधा मिला के अगे भी टुरे हैं। कामयाबी का राज है कि बंदे ਨੂੰ अपना आप मारना पैंदा कि राजे के पैसे कमाओ ते अपने पिछलियां नूं तगड़िया करो। सिस्टम बेहतर बना दो, कोई जिद्दी भी करने की कोशिश नहीं कर रहे। बदतमीजी नहीं होनी चाहिए। ਉਹਨੂੰ ਅੱਜ ਬੜੀ ਖੁਸ਼ੀ ਹੋਈ ਹੈ ਕਿ ਮੈਂ ਸਾਰੀਆਂ ਗੱਲਾਂ ਪੰਜਾਬੀ 'ਚ ਵੀ ਕਰਨਾ। ईद वाला दिन ते पेचां दे हुंदा, लेकिन अगला दिन हो जाना मतलब ਅਸੀਂ ਕਿਉਂ ਸਾਰੇ ਬੰਦੇ ਨੂੰ ਰਾਜ਼ੀ ਕਰੀਏ? ਅਸੀਂ ਕੋਈ ਵੋਟ ਲੈਣੇ ਨੇ। ਪੈਨਸ਼ਨਾਂ ਵੀ ਲੋਕਾਂ ਦੀਆਂ ਵਧੀਆਂ ਨੇ। ਅੱਖਾਂ ਜਦੋਂ ਮੀਡੀਆ ਜ਼ਮਾਨਾ ਸਾਨੂੰ ਰੋਏਗਾ, ਆਪਣਾ ਤੇ ਆਪਣਾ ਬਗਾਨਾ ਸਾਨੂੰ ਰੋਏਗਾ। ਜਿਨੇ ਵੀ ਪੀਐਚਡੀ ਜਾਂ ਮਾਸਟਰਸ ਕਰਨਾ ਮੈਨੂੰ ਬੜੇ ਵਾਇ ਨਾਲ ਥ੍ਰੈਟ ਕੀਤਾ ਗਿਆ। ਬਤੌਰ ਅਮੀਰ ਸੂਬਾ ਮੇਰੀ ਮਨਜ਼ੂਰੀ ਦਿੱਤੀ। ਸਾਡੇ ਨਵਾਬਜ਼ਾਦੇ ਨਾਲ ਉਸ ਵਕਤ ਵੀ ਕੋਈ ਤਲਕ ਨਹੀਂ ਸੀ, ਹੁਣ ਵੀ ਕੋਈ ਤਲਕ ਨਹੀਂ। ईद ਵਿੱਚ ਖਾਣੇ ਨਹੀਂ ਇੰਪੋਰਟੈਂਟ ਨਹੀਂ ਹੈ। ਮੈਂ ਕਿਸੇ ਐਸੇ ਬੰਦੇ ਨਾਲ ਕੰਪੀਟੀਸ਼ਨ ਸ਼ੁਰੂ ਕਰ ਦਵਾਂ ਜਿਹੜਾ ਮੇਰੇ ਤੋਂ 10 ਟਾਈਮਸ ਹਾਇਰ ਹੈ। जी मच्छी चौक बारिश ਹੁੰਦੀ ਤੇ 3 ਦਿਨ ਪਾਣੀ ਖਲੋਤਾ ਰਹਿੰਦਾ। ਕੋਈ ਇਹਨਾਂ ਮਨਸੂਬਿਆਂ ਨੂੰ ਮੁਕੰਮਲ ਕਰਨ। ਗੱਲਬਾਤ ਤੇ ਅਲਹਮਦੁਲਿਲਾ ਅਸੀਂ ਵੀ ਬਿਹਤਰੀਨ ਕਰ ਸਕਦੇ ਹਾਂ, ਪਰ ਸਾਨੂੰ ਇਹਨਾਂ ਗੱਲਾਂ ਦਾ ਖਿਆਲ ਕਰਨਾ ਚਾਹੀਦਾ। ਤੋਂ ਲੱਗਦਾ ਯਾਰ ਜਿਹੜੇ ਨੇ ਉਹ ਭਾਰ ਵੀ ਚੁੱਕ ਜਾਣ ਦਾ ਕਹਿੰਦੇ ਠੀਕ ਹੈ, ਘਰ ਨਾਲ ਕੋਈ ਸਲਾਹ ਹੋ ਸਕਦਾ ਤੇ ਰਹਿਣ ਦੇ ਕਿ ਇਹ ਝੂਠ ਦੀ ਸੱਚ ਹੈ। ਆਪ ਇਹ ਤੁਸੀਂ ਇੱਕ ਨਵੀਂ ਪਰਸਨੈਲਿਟੀ ਸ਼ੋਅ ਕਰਾਉਣੀ ਚਾਹੀਦੀ ਹੈ। ਲੋਕ ਯੰਗਸਟਰ ਚਿਹਰੇ ਵੇਖਣਾ ਚਾਹੁੰਦੇ ਨੇ। ਤੁਸੀਂ ਵਿੱਚ ਉਹ ਕਮੈਂਟ ਪੜਿਆ ਕਰੋ ਜਿਹੜਾ ਪੜਨ ਵਾਲਾ ਹੁੰਦਾ। ਰਾਜਾ ਸਾਹਿਬ ਤੁਸੀਂ ਵੀ ਮੇਰੇ ਜਿਹੜਾ ਖਿਲਾਫ ਕਮੈਂਟ ਹੁੰਦਾ ਉਹਨੂੰ ਚੁੱਕ ਉੱਤੇ ਲਾ ਸਕਦੇ ਹੋ। ਅਸਲ ਕਰਨਾ ਚਾਹੀਦਾ, ਸੜਨਾ ਵੀ ਚਾਹੀਦਾ, ਲੇਕਿਨ ਚੰਗੇ ਕੰਮ ਤੇ। ਮੈਂ ਕਾਂ ਦੀ ਪਰਿਆ ਮੁਕਾਣੀ। ਅਹਲੇ ਇਲਮ ਹੀ ਜਾਣਦੇ ਨੇ ਕਿ ਇਲਮ ਦੀ ਹਕੀਕਤ ਕੀ ਹੈ। ਦਾ ਪੁਆਇੰਟ ਆਫ ਵਿਊ ਦੇਣ ਵਾਸਤੇ ਤਾਂ ਤੁਹਾਡੇ ਚੈਨਲ ਦਾ ਮੁਸ਼ਕਿਲ ਕਾਰਨ ਤੇ ਇਹ ਸ਼ਾਮਲਾਟਾਂ ਦੇ ਉੱਤੇ ਕਬਜ਼ੇ ਨਹੀਂ। ਕਿ ਪੰਜਾਬੀ ਰਾਕਟ ਸਾਇੰਸ, ਪੰਜਾਬੀ ਰਾਕਟ ਸਾਇੰਸ ਦੇ ਪੰਜਾਬੀ ਰਾਕਟ ਸਾਇੰਸ, ਪੰਜਾਬੀ ਰਾਕਟ ਸਾਇੰਸ, ਪੰਜਾਬੀ ਰਾਕਟ ਸਾਇੰਸ
ਪੰਜਾਬੀ ਰਾਕਟ ਸਾਇੰਸ ਪੰਜਾਬੀ ਰਾਕਟ ਸਾਇੰਸ ਪੰਜਾਬੀ ਰਾਕਟ ਸਾਇੰਸ ਪੰਜਾਬੀ ਰਾਕਟ ਸਾਇੰਸ ਪੰਜਾਬੀ ਰਾਕਟ ਸਾਇੰਸ ਪੰਜਾਬੀ ਰਾਕਟ ਸਾਇੰਸ ਪੰਜਾਬੀ ਰਾਕਟ ਸਾਇੰਸ ਪੰਜਾਬੀ ਰਾਕਟ ਸਾਇੰਸ ਪੰਜਾਬੀ ਰॉकेट साइंस